सतगुरु के प्यारे हो। गावो सच्ची बाणी, बाणी ता गावो गुरु केरी। बाणिया सिर बाणी, जिनको नदर कर्म होवे, हृदय तिना समाणी। कहे नानक सदा गावो, ये सच्ची बाणी। ज्ञान ध्यान किछ कर्म ना जाना, नाहिन निर्मल करनी। साध संगत के अंचल लावो, बिखम नदी जाए तरणी। बिखम नदी जाए तरणी। जुग जुग टल शब्द गुरु धन धन साहिब श्री गुरु ग्रंथ साहिब जी की पावन बाणी की विचार नाल सांझ पाउण लई जुड़ बैठी गुरु की संगत सिमरत फतेह प्रवान करनी। वाहिगुरु जी का खालसा, वाहिगुरु जी की फतेह। जिवें वीर जी ने दस्से, अज आपां राग बिहागड़ा विच गुरु नानक पातशाह ने चौथे जामे विच गुरु रामदास जी के रूप दे विच जो शब्द बख्शिश होया है तुर दरगाहों, बिहागड़ा महला चौथा, जो गुरु ग्रंथ साहिब जी के पावन अंग 539 और 540 ते सुभायमान है। आरंभता 539 ते है, शब्द की संपूर्णता 4 पदियां का शब्द है, 540 अंक ते है। मैनूं लगदा भी समय की सीमा च रहिंदे होए आपां 2 पदियां की विचार अज सांझी कर पावांगे। सो शब्द का पाठ भी करते हैं पहला ते 2 पदियां का, ते फिर नाल नाल आपां गुरु पातशाह के चरणों का उट आसरा लैके आप संगतां दी असीसां सदका विचार करन दा यतन करांगे। हाँ बलिहारी तिनको मेरी जिंदड़िए, जिन हर हर नाम आधारो राम। गुर सतगुर नाम दिड़ाया, मेरी जिंदड़िए। बिख पौजल तारण हारो राम। गुरु पातशाह ने बाणी विच ਜਿਹੜੇ ਜੀਵ ਉਸ ਪਰਮੇਸ਼ਰ ਦਾ ਓਟ ਆਸਰਾ ਲੈਂਦੇ ਨੇ, ਉਹਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ, ਉਹਦੇ ਹੁਕਮ, ਉਹਦੇ ਨਾਮ ਦੇ ਆਸਰੇ ਜਿਉਂਦੇ ਨੇ, ਉਹਨਾਂ ਨੂੰ ਬਹੁਤ ਸਤਿਕਾਰ ਨਾਲ ਗੁਰੂ ਪਾਤਸ਼ਾਹ ਨੇ ਅਦਬ ਭੇਂਟ ਕੀਤਾ। ਇੱਥੇ ਵੀ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਨਾਮ ਦੇ ਆਧਾਰ ਦੀ ਗੱਲ ਭਾਵ ਹੈ ਕਿ परमेश्वर दे हुक्म नूं, उहदी रजा नूं, उहदे भाणे नूं खिड़े मत्थे मनना, उहदी रजा विच, भाणे विच खुशी खुशी जीवन बतीत करना। हाँ बलिहारी तिन को मेरी जिंदड़िए, इत्थे उचारण विच आपां दद्दे थले औंकड़ पढ़ी जानी हल्की जी। जिन हर हर नाम आधारो राम, हाँ दा भाव मैं बलिहारी सदके जाना, कुर्बान जाना। तिन को तिन्हां नूं मेरी जिंदड़ी है, मेरी जिंद, जिन्हां दे जीवन का आधार जिहड़ा है वो परमात्मा दे नाम नूं जिन्हां ने बनाया। परमात्मा दे नाम का भाव परमेश्वर दे हुक्म नूं, उहदी रजा नूं, उहदी मर्जी नूं, जिहदी सोझी पूरे गुरु कोलों पैंदी है। जिन हर हर नाम आधारो राम, जिन्हां ने पूरे गुरु कोलों उस मालिक दे हुक्म दे विच जिहड़ी सारी कायनात चल रही है। ਆਪਾਂ पढ़ते हैं जपजी साहिब ਦੇ ਵਿੱਚ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤੇ ਸਾਹਿਬਾਂ ਨੇ ਹਰ ਇੱਕ ਚੀਜ਼ ਦਾ ਬਾਣੀ ਵਿੱਚ ਜ਼ਿਕਰ ਕੀਤਾ ਹੈ, ਚਾਹੇ ਸੂਰਜ ਹੈ, ਚਾਹੇ ਚੰਦ ਹੈ, ਚਾਹੇ ਧਰਤੀ ਹੈ, ਚਾਹੇ ਆਕਾਸ਼ ਹੈ, ਚਾਹੇ ਜੀਵ ਜੰਤੂ ਹੈ, ਚਾਹੇ ਬਨਸਪਤੀ ਹੈ,
ਚਾਹੇ ਦਰਿਆ ਨੇ, ਚਾਹੇ ਪਹਾੜ ਨੇ, ਜੋ ਵੀ ਰਚਨਾ ਨਿਰੰਕਾਰ ਨੇ ਕੀਤੀ ਉਹਦੀ ਕ੍ਰਿਤ ਹੈ, ਉਹ ਸਾਰੀ ਉਹਦੇ ਹੁਕਮ ਦੇ ਵਿੱਚ ਹੈ। ਸੋ ਸਾਹਿਬ ਇੱਥੇ ਬਖਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਆਧਾਰ ਬਣਾਇਆ, ਭਾਵ ਪਰਮੇਸ਼ਰ ਦੇ ਨਾਮ ਨੂੰ ਗੁਰੂ ਦੇ ਕੋਲੋਂ ਸਮਝ ਕੇ ਕਿ ਈਸ਼ਵਰ ਨੂੰ, ਮਾਲਿਕ ਨੂੰ ਕੀ ਚੰਗਾ ਲੱਗਦਾ, ਉਹਦੀ ਮਰਜ਼ੀ ਕੀ ਭਾਉਂਦਾ ਹੈ, ਉਸ ਢੰਗ ਨਾਲ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕੀਤਾ ਹੈ ਔਰ ਜੀਵਨ ਬਤੀਤ ਕਰਨ ਦਾ ਐਸਾ ਉਦਮ ਕੀਤਾ ਹੈ ਗੁਰੂ ਦੇ ਬਚਨਾਂ ਰਾਹੀਂ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਬਲਿਹਾਰ ਜਾਣਾ। ਸਾਹਿਬਾਂ ਨੇ ਬਾਣੀ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਲਿਹਾਰ ਜਾਣ ਦੇ ਵਚਨ ਵੀ ਬਖਸ਼ਿਸ਼ ਕੀਤੇ ਨੇ ਔਰ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ, ਆਸਰਾ, ਓਟ ਟੇਕ ਬਣਾਉਂਦੇ ਨੇ, ਉਹਨਾਂ ਤੋਂ ਸਦਕੇ ਜਾਣ ਦੇ ਵੀ ਵਚਨ ਬਖਸ਼ਿਸ਼ ਕੀਤੇ ਨੇ। ਹਉ ਕੁਰਬਾਨ ਜਾਉ ਤੇਰੇ ਨਾਮੈ, ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਤੇਰੇ ਨਾਮ ਤੋਂ ਸਦਕੇ ਜਾਣਾ ਔਰ ਜਿਨ੍ਹਾਂ ਤੇ ਤੁਸੀਂ ਰਹਿਮਤ ਕਰਦੇ ਹੋ, ਬਖਸ਼ਿੰਦਗੀ ਕਰਦੇ ਹੋ, ਉਹ ਤੁਹਾਡਾ ਜਸ ਗਾਉਂਦੇ ਨੇ ਜੀਵਨ ਦੇ ਵਿੱਚ। ਔਰ ਫਿਰ ਸਾਹਿਬਾਂ ਨੇ ਸਪਸ਼ਟ ਬਚਨ ਵੀ ਬਖਸ਼ਿਸ਼ ਕੀਤੇ, ਹਉ ਕੁਰਬਾਨੇ ਜਾਉ ਤਿਨਾ ਕੇ, ਹਉ ਸਦ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ, ਹਉ ਸਦ ਕੁਰਬਾਨੇ ਜਾਉ। ਜੇ ਉਹ ਹਮੇਸ਼ਾ ਆਪ ਜੀ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਨੇ, ਆਪਣੀ ਸੁਰਤ ਵਿੱਚ ਟਿਕਾ ਕੇ ਰੱਖਦੇ ਨੇ, ਤੇ ਤੁਹਾਡੇ ਬਚਨਾਂ ਦੀ ਅਗਵਾਈ ਵਿੱਚ, ਤੁਹਾਡੀ ਮਰਜ਼ੀ ਰਜ਼ਾ ਦੀ ਅਗਵਾਈ ਵਿੱਚ ਆਪਣਾ ਜੀਵਨ ਤੋਰਦੇ ਨੇ, ਭਾਵ ਜਿਨ੍ਹਾਂ ਨੂੰ ਤੁਹਾਡੇ ਹੁਕਮ ਦਾ, ਤੁਹਾਡੇ ਭਾਣੇ ਦਾ, ਤੁਹਾਡੀ ਰਜ਼ਾ ਦਾ ਹੀ ਆਧਾਰ ਹੈ ਜੀਵਨ ਵਿੱਚ, ਉਹ ਆਪਣੇ ਮਨ ਦੇ ਪਿੱਛੇ ਨਹੀਂ ਤੁਰਦੇ ਕਿ ਮੈਨੂੰ ਆਹ ਚਾਹੀਦਾ, ਇੱਦਾਂ ਹੋ ਜਾਵੇ, ਜੇ ਨਹੀਂ ਹੋਇਆ ਤਾਂ ਗੁੱਸਾ ਹੈ। ਗੁਰੂ ਨਾਲ ਵੀ, ਨਿਰੰਕਾਰ ਨਾਲ ਵੀ ਬੇਮੁਖ ਵੀ ਹੋ ਜਾਂਦੇ ਨੇ। ਸੋ ਸਾਹਿਬਾਂ ਨੇ ਇੱਥੇ ਬਚਨ ਬਖਸ਼ਿਸ਼ ਕੀਤਾ ਹੈ ਕਿ ਪਰਮੇਸ਼ਰ ਦੇ ਨਾਮ ਦਾ ਆਸਰਾ ਲੈਣਾ ਇਤਨਾ ਉੱਤਮ ਗੁਣ ਹੈ ਕਿ ਉਹਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ ਹੈ। ਸਾਹਿਬਾਂ ਨੇ ਸਾਨੂੰ ਜੀਵਨ ਵਿੱਚ, ਅਸੀਂ ਮਨੁੱਖ ਹਾਂ ਔਰ ਸਮਾਜ ਵਿੱਚ ਵਿਚਰਦੇ ਹਾਂ, ਰਿਸ਼ਤੇਦਾਰ ਵੀ ਹੁੰਦੇ ਨੇ, ਸੰਬੰਧੀ ਵੀ ਹੁੰਦੇ ਨੇ, ਭੈਣ ਭਰਾ ਮਿੱਤਰ ਵੀ ਹੁੰਦੇ ਨੇ, ਆਂਢ ਗੁਆਂਢ ਵੀ ਹੁੰਦੇ ਨੇ। ਕਈਆਂ ਤੋਂ ਜੋ ਸਾਡੇ ਤੋਂ ਸਮਰੱਥ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਧਨ ਸੰਪਦਾ ਦੇ ਰੂਪ ਦੇ ਵਿੱਚ, ਚਾਹੇ ਗੁਣਾਂ ਦੇ ਰੂਪ ਦੇ ਵਿੱਚ, ਜਾਂ ਕਿਸੇ ਹੋਰ ਰਾਜਨੀਤਿਕ ਤਾਕਤ ਦੇ ਰੂਪ ਦੇ ਵਿੱਚ, ਅਸੀਂ ਕਿਤੇ ਨਾ ਕਿਤੇ ਕਈ ਵਾਰੀ ਸੰਬੰਧ ਇਸ ਕਰਕੇ ਬਣਾਉਂਦੇ ਹਾਂ, ਕਿਸੇ ਨਾਲ ਵੀ ਕਿਤੇ ਕੰਮ ਆਏਗਾ ਬੰਦਾ, ਇਹਦੀ ਬਹੁਤ ਪਹੁੰਚ ਹੈ, ਕੰਮ ਆਏਗਾ, ਇਹਦੇ ਕੋਲ ਧਨ ਪਦਾਰਥ ਬਹੁਤ ਹੈ, ਕਿਤੇ ਲੋੜ ਪਈ ਤਾਂ ਮੇਰੇ ਕੰਮ ਆ ਜਾਵੇਗਾ, ਇਹਦਾ ਅਸਰ ਸੁੱਖ ਬਹੁਤ ਹੈ, ਕਿਤੇ ਲੋੜ ਪਈ ਤਾਂ ਕੰਮ ਆ ਜਾਵੇਗਾ। ਸਾਹਿਬਾਂ ਨੇ ਬਾਣੀ ਵਿੱਚ ਬਚਨ ਬਖਸ਼ਿਸ਼ ਵੀ ਕੀਤਾ ਹੈ ਕਿ ਕਿਸੇ ਨੇ ਆਪਣੇ ਜਵਾਈ ਨਾਲ, ਕੁੜਮ ਨਾਲ ਭਾਈਵਾਲੀ ਪਾਈ, ਉੱਤੇ ਟੇਕ ਰੱਖੀ, ਕਿਸੇ ਨੇ ਚੌਧਰੀ ਸਿਕਦਾਰ ਜਿਹੜੇ ਆਗੂ ਨੇ, ਰਾਜਨੀਤਿਕ ਆਗੂ ਨੇ, ਪਹੁੰਚ ਵਾਲੇ ਨੇ, ਉਹਨਾਂ ਤੇ ਆਸ ਰੱਖੀ। ਕਹਿੰਦੇ ਮੈਂ ਤਾਂ ਕੇਵਲ ਤੇ ਕੇਵਲ ਹਮਰਾ ਧੜਾ ਹਰ ਰਿਹਾ ਸਮਾਈ। ਕਹਿੰਦੇ ਆਪਾਂ ਤਾਂ ਲੌਬਿੰਗ, ਆਪਾਂ ਤਾਂ ਸਾਂਝ ਜਿਹੜੀ ਹੈ ਉਹ ਕੇਵਲ ਉਸ ਮਾਲਕ ਨਾਲ ਰੱਖੀ ਜਿਹੜਾ ਸਭ ਜਗ੍ਹਾ ਰਮਿਆ, ਸਭ ਜਗ੍ਹਾ ਮੌਜੂਦ ਹੈ, ਜਿਹੜਾ ਕਦੇ ਆਉਂਦਾ ਜਾਂਦਾ ਨਹੀਂ, ਜਿਹਦਾ ਆਸਰਾ ਸਦਾ ਸਿਥਰ ਰਹਿਣ ਵਾਲਾ ਹੈ, ਕਾਇਮ ਰਹਿਣ ਵਾਲਾ ਹੈ। ਮਨੁੱਖਾਂ ਦੇ ਆਸਰੇ ਉਹ ਹੁਣ ਹੈ, ਛਿਨ ਪਲ ਵਿੱਚ ਨਹੀਂ ਹੋਣਗੇ, ਕਹਿ ਨਹੀਂ ਸਕਦੇ। ਜੀਵਨ ਹੈ ਕਿਸੇ ਮਨੁੱਖ ਦਾ, ਇੱਕ ਛਿਲਪਣ ਵਿੱਚ ਉਹ ਜੀਵਨ ਖਤਮ ਵੀ ਹੋ ਸਕਦਾ ਹੈ, ਜੀਵਨ ਦੀ ਲੀਲਾ। ਸੋ ਇਸੇ ਕਰਕੇ ਸਾਹਿਬਾਂ ਨੇ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕਰਕੇ ਇਹ ਪ੍ਰੇਰਣਾ ਵੀ ਬਖਸ਼ਿਸ਼ ਕੀਤੀ ਹੈ ਕਿ ਜੇ ਟੇਕ ਲੈਣੀ ਹੈ ਤਾਂ ਉਹਦੀ ਟੇਕ ਬਿਰਥਾ ਪ੍ਰਵਾਸਾ ਲੋਕ, ਕਿ ਲੋਕਾਂ ਦਾ ਆਸਾ ਜਿਹੜਾ ਹੈ ਉਹ ਬਿਰਥਾ ਹੈ, ਉਹ ਕਿਉਂਕਿ ਭਰੋਸੇਯੋਗ ਨਹੀਂ ਹੈ, ਉਹਦੀ ਆਪਣੀ ਮਿਆਦ ਕੋਈ ਨਹੀਂ ਹੈ। मानुक की टेक बिरथी सब जान, देवन को एक है भगवान, जिसके दिए रहे अघाए, बहु न तृष्णा लागे आए, मारे राख है एको आप, मानक तय किस नाही आत। सो बहुत सारे पावन बचना साहिबां ने समझाया है कि जेड़ा जीवन देने वाला है, जेड़ा बेअंत दाता देने वाला है, जेड़ा जीवन की लीला नूं समाप्त करने वाला भी है, और जिहदे हुक्म दे विच चंद सूरज तारे पृथ्वी जो भी कायनात खंड ब्रह्मंड ने
नाम के धारे सगले जंत नाम के धारे खंड ब्रह्मंड ਉਹਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਵਿੱਚ ਉਹਦੇ ਸਿਸਟਮ ਦੇ ਵਿੱਚ ਚੱਲਦੇ ਨੇ ਉਹਦੇ ਨਿਯਮ 'ਚ ਚੱਲਦੇ ਨੇ। ਕਹਿੰਦੇ ਜਿਹੜੇ ਮਨੁੱਖਾਂ ਨੇ ਵੀ ਉਸ ਮਾਲਕ ਦੇ ਹੁਕਮ ਨੂੰ ਉਹਦੀ ਰਜ਼ਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਉਹਦੇ ਨਾਮ ਨੂੰ ਉਹਦੀ ਯਾਦ ਨੂੰ ਟਿਕਾ ਕੇ ਉਹਦੇ ਭਾਣੇ ਵਿੱਚ ਤੁਰਦੇ ਨੇ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਕੁਰਬਾਨ ਜਾਣਾ। ਗੁਰ ਸਤਿਗੁਰ ਨਾਮ ਦਿੜਾਇਆ ਮੇਰੀ ਜਿੰਦੜੀਏ ਵਿਖ ਪਉ ਜਲ ਤਾਰਨ ਹਾਰੋ ਰਾਮ। ਨਾਮ ਬਾਰੇ ਬਹੁਤ ਸਾਰੇ ਭੁਲੇਖੇ ਆਪਾਂ ਨੂੰ ਪਏ ਹੋਏ ਨੇ। ਗੁਰੂ ਪਾਤਸ਼ਾਹ ਨੇ ਤਾਂ ਬਾਣੀ ਵਿੱਚ ਆਪਾਂ ਕਈ ਵਾਰੀ ਬਚਨ ਦੀ ਸਾਂਝ ਕੀਤੀ ਹੈ, ਸਪਸ਼ਟ ਕਹਿ ਦਿੱਤਾ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀ। ਕਿ ਉਸ ਮਾਲਕ ਦਾ ਹੁਕਮ ਜਿਹਦੀ ਸੋਝੀ ਸਮਝ ਪੂਰੇ ਗੁਰੂ ਰਾਹੀਂ ਪੈਂਦੀ ਹੈ। ਕਹਿੰਦੇ ਉਹਦੇ ਹੁਕਮ ਨੂੰ ਸਮਝ ਲੈਣਾ ਬੁੱਝ ਲੈਣਾ, ਕਿਵੇਂ ਸਾਰੀ ਕਾਇਨਾਤ ਉਹਦੇ ਹੁਕਮ ਦੇ ਵਿੱਚ ਸਿਰ ਨਿਭਾ ਕੇ ਉਹਦੇ ਹੁਕਮ ਨੂੰ ਬਜਾ ਰਹੀ ਹੈ, ਹੁਕਮ ਦੀ ਪਾਲਣਾ ਕਰ ਰਹੀ ਹੈ, ਪ੍ਰਭੂ ਦੀ ਰਜ਼ਾ ਨੂੰ ਉਹਦੇ ਭਾਣੇ ਅੱਗੇ ਸਿਰ ਨਿਭਾ ਕੇ ਕਾਰ ਕਰ ਰਹੀ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਜੀਵ ਪੂਰੇ ਗੁਰੂ ਕੋਲੋਂ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੇ ਬਚਨਾਂ ਰਾਹੀਂ ਗੁਰੂ ਦੇ ਸ਼ਬਦ ਰਾਹੀਂ ਇਸ ਜੁਗਤ ਨੂੰ ਸਮਝ ਲੈਂਦਾ ਹੈ ਕਿ ਜਿਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਕਾਇਨਾਤ ਚੱਲ ਰਹੀ ਹੈ। ਮੈਂ ਇੱਕ ਨਿੱਕਾ ਜਿਹਾ 5 ਤੱਤਾਂ ਦਾ ਪੁਤਲਾ ਜਿਹਦੀ ਮਿਆਦ ਦਾ ਵੀ ਕੋਈ ਪਤਾ ਨਹੀਂ, ਹਮ ਆਦਮੀ ਹਾਂ ਇੱਕਦਮੀ, ਜਿਹਦੀ ਮਿਆਦ ਬਿਲਕੁਲ ਇੱਕ ਕੱਚੇ बर्तन की तरह भांडे की तरह कहाँ बिसासा इस भांडे का इतना क लागे थन का। और जीवी बिसास ये है कि अगला साह आना हर जपदियां खिन ढिल ना। गुरु पातशाह ने स्पष्ट बचन बख्शिश किया है, हर जपदियां खिन ढिल ना की जई मेरी जिंदड़िए मत जापे आवे के ना आवे राम। कि ਜਿਹੜਾ ਸਾਹ ਲਿਆ ਅਗਲਾ ਸਾਹ ਆਣਾ ਵੀ ਕਿ ਨਹੀਂ, ਅਗਲੇ ਸਾਹ ਲੈਣ ਦਾ ਮੈਨੂੰ ਹੁਕਮ ਹੋਣਾ ਵੀ ਕਿ ਨਹੀਂ ਹੋਣਾ, ਉਹਦੀ ਮਰਜ਼ੀ ਰਜ਼ਾ ਵਿੱਚ। ਇਸ ਕਰਕੇ ਐਸ ਦੁਬਿਧਾ ਵਿੱਚ ਐਸ ਛਛੋ ਪੰਜ ਵਿੱਚ ਨਾ ਪਿਆ ਰਵੀਂ। ਅੱਛਾ ਕੱਲ ਜਪਾਂਗੇ ਸਵੇਰੇ ਜਪਾਂਗੇ। ਗੁਰੂ ਸਾਹਿਬ ਨੇ ਬਚਨ ਬਖਸ਼ਿਸ਼ ਕਰਕੇ ਵੀ ਸਮਝਾਇਆ ਕਿ ਮਨੁੱਖ ਦੀ ਯੂਜ਼ਲੀ ਜਿਹੜਾ ਕੰਮ ਉਹਨੂੰ ਲੱਗਦਾ ਨਹੀਂ ਵੀ ਇਹਦੇ 'ਚ ਮੈਨੂੰ ਕੀ ਲੱਭਣਾ ਹੈ, ਹਾਲੇ ਭਰੋਸਾ ਨਹੀਂ ਹੁੰਦਾ ਤੇ ਪ੍ਰਾਪਤ ਕੀ ਹੋਣਾ ਹੈ, ਲਾਭ ਕੀ ਹੋਣਾ ਹੈ, ਉਹਨੂੰ ਟਾਲਦਾ ਮਨੁੱਖ। ਸੋ ਪਰਮੇਸ਼ਰ ਦੀ ਬੰਦਗੀ ਸਿਫਤ ਸਲਾਹ ਅਰਾਧਨਾ ਵੀ ਕੋਈ ਸੰਸਾਰ ਦੇ ਵਪਾਰ ਦੀ ਤਰ੍ਹਾਂ ਤਾਂ ਹੈ ਨਹੀਂ ਵੀ ਅੱਜ ਤੁਸੀਂ ਪੈਸਾ ਲਾਇਆ ਤੇ ਤੁਹਾਨੂੰ ਕੱਲ ਨੂੰ ਜਾਂ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਸਾਹਮਣੇ ਰਿਟਰਨ ਦਿਖਣੀ ਸ਼ੁਰੂ ਹੋ ਜਾਏਗੀ, ਫਿਜ਼ੀਕਲ ਕੋਈ ਮੋਨਿਟਰੀ। ਸੋ ਇੱਥੇ ਤਾਂ ਗੁਣਾ ਦੀ ਸਾਂਝ ਹੈ, ਉਹਨੂੰ ਜਪਾਂਗੇ ਹੌਲੀ ਹੌਲੀ ਔਗਣ ਜਾਣਗੇ। ਔਰ ਸਹਿਜ ਦੀ ਖੇਡ ਹੈ, ਗੁਰੂ ਸਾਹਿਬ ਨੇ ਵੀ ਸਮਝਾਇਆ ਹੈ। ਤੇ ਔਗਣ ਜਾਂਦੇ ਜਾਣਗੇ, ਗੁਣ ਆਉਂਦੇ ਜਾਣਗੇ ਤੇ ਇੱਕ ਦਿਨ ਐਸਾ ਹੋਏਗਾ ਗੁਣ ਕਹੈ ਗੁਣੀ ਸਮਾਵਣਿਆ ਕਿ ਉਹ ਗੁਣਾ ਦੇ ਖਜ਼ਾਨੇ ਵਰਗਾ ਜਿਹੜਾ ਮਾਲਕ ਹੈ ਉਹਦੇ ਵਰਗਾ ਉਹ ਜੀਵ ਜਿਹੜਾ ਉਹਨੂੰ ਚੇਤੇ ਕਰੇਗਾ ਉਹ ਹੋ ਜਾਵੇਗਾ। ਸੋ ਸਾਹਿਬਾਂ ਨੇ ਇਸ ਕਰਕੇ ਜੋ ਮਨੁੱਖ ਦੀ ਬਿਰਤੀ ਹੈ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਕਹਿੰਦੇ ਜੇ ਸੋਚਦੇ ਨੇ ਅੱਜ ਕਰਾਂਗੇ ਸਵੇਰੇ ਕਰਾਂਗੇ ਕੱਲ ਕਰਾਂਗੇ ਨਿਤਨੇਮ, ਸਵੇਰੇ ਉੱਠਾਂਗੇ ਗੁਰੂ ਘਰ ਜਾਵਾਂਗੇ ਸਵੇਰੇ ਸੇਵਾ ਕਰਾਂਗੇ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਸੁਣਾਂਗੇ। ਕਹਿੰਦੇ ਜੇ ਇਹੋ ਜਿਹੇ ਟਾਲ ਮਟੋਲੇ ਛਛੋ ਪੰਜ ਵਿੱਚ ਦੁਬਿਧਾ ਵਿੱਚ ਫਸੇ ਰਹੋਗੇ ਤਾਂ ਕਹਿੰਦੇ ਉਹ ਵੇਲਾ ਕਦੇ ਬਣਨਾ ਨਹੀਂ। ਉਸ ਸਾਹਿਬਾਂ ਨੇ ਇੱਥੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਕਿ ਪੂਰੇ ਸਤਿਗੁਰੂ ਦੀ ਸੰਗਤ ਕਰਨ ਦਾ ਜਦੋਂ ਨਿਰੰਕਾਰ ਜਿਸ ਤੇ ਬਖਸ਼ਿਸ਼ ਕਰਦਾ ਹੈ ਉਹਨੂੰ ਪੂਰੇ ਗੁਰੂ ਨਾਲ ਮਿਲਾ ਦਿੰਦਾ। ਸਾਹਿਬਾਂ ਨੇ ਬਾਣੀ ਵਿੱਚ ਵੀ ਬਚਨ ਬਖਸ਼ਿਸ਼ ਕੀਤੇ ਨੇ, ਆਪਾਂ ਆਸਾ ਕੇ ਵਾਰ 'ਚ ਵੀ ਪੜ੍ਹਦੇ ਹਾਂ ਕਿ ਉਸ ਮਾਲਕ ਨੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਉਸ ਮਾਲਕ ਦੀ ਬਖਸ਼ਿਸ਼ ਦੀ ਮਿਹਰ ਦੀ ਨਜ਼ਰ ਹੋਵੇ ਜਿਸ ਜੀਵ ਤੇ, ਤਾਂ ਕੱਚੇ ਪਿੱਲੇ ਤਾਂ ਬਹੁਤ ਨੇ, ਹਜ਼ਾਰਾਂ ਘੁੰਮਦੇ ਨੇ, ਸਾਡੇ ਕੋਲ ਐਡੀ ਸਮਝ ਵੀ ਨਹੀਂ, ਲੇਕਿਨ ਨਿਰੰਕਾਰ ਰਹਿਮਤ ਕਰਕੇ ਪੂਰੇ ਗੁਰੂ ਨਾਲ ਮਿਲਾਪ ਕਰਾ ਦਿੰਦਾ। ਔਰ ਪੂਰੇ ਗੁਰੂ ਦੇ ਕੋਲ ਨਾਮ ਨੂੰ ਜਪਣਾ ਕਿਵੇਂ ਹੈ, ਨਾਮ ਨੂੰ ਕਮਾਉਣਾ ਕਿਵੇਂ ਹੈ, ਨਾਮ ਨੂੰ ਬੁੱਝਣਾ ਕਿਵੇਂ ਹੈ, ਨਾਮ ਨਾਲ ਪ੍ਰੀਤ ਕਿਵੇਂ ਪਾਣੀ ਹੈ, ਸਾਰੀਆਂ ਜੁਗਤਾਂ ਨੇ। ਆਪਾਂ ਇਤਿਹਾਸ ਦੇਖਿਆ, ਭਾਈ ਲਹਿਣਾ ਜੀ ਸੀਗੇ ਦੇਵੀ ਦੇ ਉਪਾਸ਼ਕ, ਭੇਂਟ ਹੋਈ ਹੈ ਪੂਰੇ ਗੁਰੂ ਨਾਲ। ਤੇ ਜਿਹੜੇ ਬਚਨ ਆਪਾਂ ਆਸਾ ਕੀ ਵਾਰ 'ਚ ਪੜ੍ਹਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ।
ਉਹ ਛਿਨ ਪਲ ਦੀ ਸੰਗਤ ਜਿਹੜੀ ਸੀ ਗੁਰੂ ਦੇ ਬਚਨਾਂ ਦੀ, ਉਸਨੇ ਜੀਵਨ ਨੂੰ ਮੋੜਾ ਦੇ ਦਿੱਤਾ। ਜਿਹੜੇ ਦੇਵੀ ਦੇਵਤਿਆਂ ਦੀ ਆਰਾਧਨਾ ਤੇ ਕਈ ਦਹਾਕਿਆਂ ਤੋਂ ਔਰ ਉਹਨਾਂ ਦੇ ਪੁਰਖ ਵੀ ਕਈ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਸੀ, ਉਸ ਤੋਂ ਛੱਡ ਕੇ ਉਸ ਨਿਰੰਕਾਰ ਦੀ ਸਿਫਤ ਸਲਾਹ ਨਾਲ ਬਾਬੇ ਨਾਨਕ ਦੇ ਬਚਨਾਂ ਦੇ ਰਾਹੀਂ ਜੁੜ ਗਏ। ਸੋ ਪੂਰੇ ਗੁਰੂ ਦੀ ਆ ਬਖਸ਼ਿਸ਼ ਹੁੰਦੀ ਹੈ, ਰਹਿਮਤ ਹੁੰਦੀ ਹੈ। ਇਸੇ ਤਰ੍ਹਾਂ ਹੀ ਅਸੀਂ ਬਾਬਾ ਅਮਰਦਾਸ ਜੀ ਦਾ ਜੀਵਨ ਵੀ ਦੇਖਦੇ ਹਾਂ, ਜਿਹੜੇ ਗੰਗਾ ਦੀ ਯਾਤਰਾ ਤੇ ਜੱਥੇ ਦੇ ਜੱਥੇ ਲੈ ਕੇ ਜਾਂਦੇ ਸੀ। ਪਹਿਲਾਂ ਉਹਨਾਂ ਦੇ ਪੁਰਖੇ ਲੈ ਕੇ ਜਾਂਦੇ ਸੀ, ਫਿਰ ਉਹ ਆਪ ਵੀ ਲੈ ਕੇ ਜਾਂਦੇ ਸੀ, ਔਰ ਸਮਝ ਲਓ ਕਿ ਕਿਤਨੀ ਅਵਸਥਾ ਜੀਵਨ ਦੀ ਬਿਰਧ ਅਵਸਥਾ ਤੱਕ ਪਹੁੰਚ ਗਏ ਸੀ, ਉਹੀ ਕਿਰਿਆ ਚ ਲਿਪਤ ਸੀਗੇ। ਲੇਕਿਨ ਜਦੋਂ ਸ਼ਬਦ ਨਾਲ ਸਾਂਝ ਹੋਈ ਹੈ ਬੀਬੀ ਅਮਰੋ ਦੇ ਰਾਹੀਂ ਤੇ ਗੁਰੂ ਅੰਗਦ ਨਾਲ ਉਹਨਾਂ ਦੇ ਬਚਨਾਂ ਦੀ ਪੂਰੇ ਗੁਰੂ ਨਾਲ ਮਿਲਾਪ ਹੋਇਆ, ਤਾਂ ਪੂਰਾ ਗੁਰੂ ਇਹ ਰਹਿਮਤ ਕਰਦਾ, ਬਖਸ਼ਿਸ਼ ਕਰਦਾ। ਉਹਦੇ ਕੋਲ ਸਮਰੱਥ ਹੈ। ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ, ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਬਿਖ ਭਉ ਜਲ ਤਾਰਨ ਹਾਰੋ ਰਾਮ। ਕਿ ਪੂਰੇ ਗੁਰੂ ਨੇ ਮੈਨੂੰ ਨਾਮ ਦ੍ਰਿੜ ਕਰਾ ਦਿੱਤਾ, ਪਕਾ ਦਿੱਤਾ, ਮਨ ਵਿੱਚ ਟਿਕਾ ਦਿੱਤਾ ਕਿ ਕੇਵਲ ਤੇ ਕੇਵਲ ਜੇ ਭਰੋਸਾ ਰੱਖਣਾ ਹੈ, ਜੇ ਜੀਵਨ ਦੀ ਯਾਤਰਾ ਨੂੰ ਸਫਲ ਕਰਕੇ ਜਿਸ ਦਾ ਆਪਾਂ ਅੰਸ਼ ਹਾਂ, ਜਿਹਦੇ ਤੋਂ ਵਿਛੜੇ ਹੋਇਆ, ਜੇ ਉਹਦੇ ਚ ਮਿਲ ਕੇ ਉਹਦੇ ਨਾਲ ਸਮਾਉਣਾ ਹੈ, ਤੇ ਫਿਰ ਗੁਰੂ ਦੇ ਬਚਨਾਂ ਦੇ ਰਾਹੀਂ ਪਰਮੇਸ਼ਰ ਦੇ ਨਾਮ ਨੂੰ ਜਪਣਾ ਪਏਗਾ, ਉਹਨੂੰ ਚੇਤੇ ਕਰਨਾ ਪਏਗਾ, ਉਹਨੂੰ ਬੁੱਝਣਾ ਪਏਗਾ, ਉਹਨੂੰ ਕਮਾਉਣਾ ਪਏਗਾ, ਉਹਦੇ ਨਾਲ ਪ੍ਰੀਤ ਪਾਉਣੀ ਪਏਗੀ। ਸੋ ਗੁਰੂ ਪਾਤਸ਼ਾਹ ਸਾਨੂੰ ਵੀ ਪ੍ਰੇਰਣਾ ਕਰਨ ਇਹਨਾਂ ਬਚਨਾਂ ਰਾਹੀਂ, ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਬਿਖ ਭਉ ਜਲ ਤਾਰਨ ਹਾਰੋ ਰਾਮ। ਸੰਸਾਰ ਵਿੱਚ ਆਪਾਂ ਬਚਨ ਪੜ੍ਹੇ ਸੀ ਸਾਹਿਬਾਂ ਦੇ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ, ਆਪੇ ਕਰਤਾ ਕਰੇ ਕਰਾਏ, ਜੋ ਤਸ ਪਾਵੈ ਤਿਸੈ ਖੁਆਏ। ਕਿ ਸੰਸਾਰ ਵਿੱਚ ਨਿਰੰਕਾਰ ਨੇ, ਜਿੱਥੇ ਅੰਮ੍ਰਿਤ ਰੂਪੀ ਨਾਮ ਹੈ ਪਰਮੇਸ਼ਰ ਦਾ, ਉੱਥੇ ਵਿਸ਼ੇ ਵਿਕਾਰਾਂ ਰੂਪੀ ਬਿਖ ਦੇ ਫਲ ਵੀ ਨੇ। ਇੱਕੋ ਬ੍ਰਕਸ਼ ਹੈ, ਉਹਦੇ ਜੀਵਨ ਰੂਪ ਸੰਸਾਰ ਦੀ ਕਾਇਨਾਤ ਵਿੱਚ। ਔਰ ਸੰਸਾਰ ਨੂੰ ਸਾਹਿਬਾਂ ਨੇ ਭੌਜਲ ਵੀ ਆਖਿਆ, ਭੈ ਸਾਗਰ ਵੀ ਆਖਿਆ, ਭਵ ਸਾਗਰ ਵੀ ਆਖਿਆ, ਔਰ ਬਿਖ ਦਾ ਸਾਗਰ ਵੀ ਆਖਿਆ। ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਕਿ ਹੇ ਨਿਰੰਕਾਰ, ਹੇ ਗੁਰੂ ਪਿਤਾ, ਮੈਂ ਦੇਖਦਾ ਜਿੱਧਰ ਵੀ ਕਿਤੇ ਲੋਭ ਦੀ ਲਹਿਰ ਹੈ, ਕਿਤੇ ਕਾਮ ਦੀਆਂ ਵਾਸ਼ਨਾਵਾਂ ਦੀਆਂ ਉਬਾਲ ਲਹਿਰਾਂ ਨੇ, ਔਰ ਕਿਤੇ ਹੋਰ ਵਿਸ਼ੇ ਵਿਕਾਰਾਂ ਦਾ ਅਗਨੀ ਦਾ ਸਾਗਰ ਹੈ। ਮਨ ਸਾਹਿਬਾਂ ਨੇ ਬਾਣੀ ਵਿੱਚ ਸਮਝਾਇਆ, ਆਪਾਂ ਸਾਰੇ ਜਾਣਦੇ ਹਾਂ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਆਪਾਂ ਵਚਨ ਪੜ੍ਹਦੇ ਹਾਂ ਸੋਦਰ ਦੀ ਬਾਣੀ ਵਿੱਚ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਕਹਿੰਦੇ ਮੇਰਾ ਉਸ ਸਰੋਵਰ ਵਿੱਚ, ਉਸ ਸਾਗਰ ਵਿੱਚ ਨਿਵਾਸ ਹੈ, ਜੀਵਨ ਰੂਪੀ ਸੰਸਾਰ ਰੂਪੀ ਸਾਗਰ ਵਿੱਚ, ਜਿੱਥੇ ਕਿ ਪਾਣੀ ਦੀ ਬਜਾਏ ਅਗਨੀ ਦੀਆਂ ਲਹਿਰਾਂ ਨੇ ਭਾਵ। ਸੋ ਐਸੇ ਭਿਆਨਕ ਸਾਗਰ ਭੌਜਲ ਭਵ ਸਾਗਰ ਜਿਹੜਾ ਬਿਖਮ ਹੈ ਔਰ ਵਿਸ਼ੇ ਵਿਕਾਰਾਂ ਦੇ ਬਿਖ ਰੂਪੀ ਭਰਿਆ ਵੀ ਹੋਇਆ, ਕਹਿੰਦੇ ਉੱਥੇ ਆਪਣੀ ਅਕਲ ਸਿਆਣਪ ਸਮਰੱਥਾ ਨਾਲ ਤਰਿਆ ਨਹੀਂ ਜਾ ਸਕਦਾ। ਔਰ ਸਾਹਿਬਾਂ ਨੇ ਨਿਰਣਾ ਵੀ ਬਖਸ਼ਿਸ਼ ਕੀਤਾ, ਜਿਹੜੇ ਯਤਨ ਕਰਦੇ ਨੇ, ਕੋਈ ਤੀਰਥਾਂ ਦੇ ਇਸ਼ਨਾਨ ਤੇ, ਕੋਈ ਘਰ ਘਾਟ ਤੇ ਆ ਕੇ, ਜੰਗਲਾਂ ਵਿੱਚ, ਬੇਲਿਆਂ ਵਿੱਚ, ਗੁਫਾਵਾਂ ਵਿੱਚ, ਕੋਈ ਜਟਾ ਜੂਟ ਹੋ ਕੇ, ਕੋਈ ਘੋਨ ਮੋਨ ਹੋ ਕੇ, ਕੋਈ ਸਵਾਹ ਲਗਾ ਕੇ, ਕੋਈ ਨੰਗਾ ਹੋ ਕੇ, ਕੋਈ ਕੰਨ ਪੜਵਾ ਕੇ, ਬੇਅੰਤ ਤਰ੍ਹਾਂ ਦੇ ਧਰਮ ਦੇ ਖੇਤਰ ਵਿੱਚ ਕਿਰਿਆਵਾਂ ਨੇ, ਜਿਹੜੀਆਂ ਮਨੁੱਖ ਨੇ ਭੁਲੇਖੇ ਰਾਹੀਂ, ਦੁਬਿਧਾ ਰਾਹੀਂ ਸਮਝੀਆਂ ਵੀ ਇਹ ਕਿਰਿਆਵਾਂ ਰਾਹੀਂ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ। ਜਦੋਂ ਤੱਕ ਪੂਰੇ ਗੁਰੂ ਨਾਲ ਮਿਲਾਪ ਨਹੀਂ ਹੁੰਦਾ ਤਾਂ ਉਦੋਂ ਤੱਕ ਸੋਝੀ ਨਹੀਂ ਪੈਂਦੀ। ਸੋ ਪੂਰਾ ਗੁਰੂ ਸਾਨੂੰ ਉਹ ਜੁਗਤ ਦੱਸਦਾ ਹੈ ਕਿ ਪਰਮੇਸ਼ਰ ਦਾ ਹੀ ਆਪਾਂ ਅੰਸ਼ ਹਾਂ, ਉਹਦੇ ਕੋਲੋਂ ਆਪਣੀ ਕਿਰਤ ਕਰਕੇ ਵਿਛੜੇ ਹੋਏ ਹਾਂ, ਤੇ ਉਹਨੂੰ ਮਿਲਣ ਦਾ ਰਸਤਾ ਕੇਵਲ ਇਹ ਹੈ ਕਿ ਉਹਨੂੰ ਚੇਤੇ ਕਰਦੇ ਹਾਂ, ਉਹਦੇ ਗੁਣਾਂ ਨੂੰ ਚੇਤੇ ਕਰਦੇ ਹਾਂ, ਔਰ ਉਹਦੇ ਗੁਣਾਂ ਨੂੰ ਧਾਰਨ ਕਰਦੇ ਹਾਂ, ਔਗੁਣਾਂ ਨੂੰ ਤਿਆਗ ਕੇ ਇਨ ਬਿਨ ਗੁਣਾ ਕਰਕੇ ਉਹਦੇ ਵਰਗਾ ਹੋ ਜਾਵਾਂਗੇ ਤਾਂ ਉਹਦੇ ਚ ਸਮਾ ਜਾਵਾਂਗੇ। ਤੇ ਆਹ ਸੰਸਾਰ ਸਾਗਰ ਜਿਹੜਾ ਹੈ, ਪਰਮੇਸ਼ਰ ਦੇ ਨਾਮ ਦੇ ਆਸਰੇ ਸਹਿਜੇ ਤਰਿਆ ਜਾ ਸਕਦਾ ਹੈ, ਤੇ ਆਪਣੇ ਨਿਜ ਘਰ ਵਿੱਚ ਜਿੱਥੋਂ ਆਪਾਂ ਆਏ ਹਾਂ ਉੱਥੇ ਹਮੇਸ਼ਾ ਲਈ ਨਿਵਾਸ ਪਾਇਆ ਜਾ ਸਕਦਾ ਹੈ। ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ, ਬਿਖ ਭਉ ਜਲ ਤਾਰਨ ਹਾਰੋ ਰਾਮ। ਤੇ ਪੂਰਾ ਸਤਿਗੁਰੂ ਹੀ ਪਰਮੇਸ਼ਰ ਦੀ ਆਰਾਧਨਾ, ਪਰਮੇਸ਼ਰ ਬਾਰੇ, ਨਿਰੰਕਾਰ ਬਾਰੇ ਸੋਝੀ ਬਖਸ਼ਿਸ਼ ਕਰਦਾ ਹੈ,
ਉਹਦੇ ਗੁਣਾਂ ਦੇ ਨਾਲ, ਉਹਦੇ ਗੁਣਾਂ ਬਾਰੇ ਸਾਡੇ ਨਾਲ ਸਾਂਝ ਪਾਉਂਦੇ ਨੇ। ਔਰ ਜਿਉਂ-ਜਿਉਂ ਉਹਦੇ ਅਮੋਲਕ ਗੁਣਾਂ ਬਾਰੇ ਸੁਣਦੇ ਆ ਪੂਰੇ ਗੁਰੂ ਦੇ ਪਾਵਨ ਬਚਨਾਂ ਰਾਹੀਂ, ਆਪਾਂ ਬਚਨ ਪੜ੍ਹਦੇ ਆ ਬਾਣੀ ਵਿੱਚ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਉਸ ਮਾਲਿਕ ਨੂੰ ਮਿਲਣ ਦੀ ਲਾਲਸਾ ਜਾਗਦੀ ਹੈ ਮਨ ਵਿੱਚ, ਇੱਛਾ ਜਾਗਰਤ ਹੁੰਦੀ ਹੈ ਔਰ ਇੱਛਾ ਪ੍ਰਬਲ ਹੁੰਦੀ ਜਾਂਦੀ ਹੈ। ਜਿਉਂ-ਜਿਉਂ ਉਹਦੇ ਬੇਅੰਤ ਅਮੋਲਕ ਅਦਭੁਤ ਗੁਣਾਂ ਬਾਰੇ ਗੁਰੂ ਪਾਤਸ਼ਾਹ ਕੋਲੋਂ ਉਹਨਾਂ ਦੇ ਬਚਨਾਂ ਰਾਹੀਂ ਸੋਝੀ ਪੈਂਦੀ ਹੈ, ਤਾਂ ਉਸ ਮਾਲਿਕ ਨੂੰ ਮਿਲਣ ਦੀ ਜਿਹੜੀ ਖੁਆਇਸ਼ ਹੈ ਅੰਦਰ, ਜਿਹੜੀ ਤੜਪ ਹੈ, ਉਹ ਤੀਬਰ ਹੁੰਦੀ ਜਾਂਦੀ ਹੈ। ਤੇ ਫਿਰ ਉਹਨੂੰ ਚੇਤੇ ਕਰਦਿਆਂ ਗੁਰੂ ਦੇ ਬਚਨਾਂ ਰਾਹੀਂ ਮਨੁੱਖ ਜਿਹੜਾ ਸੰਸਾਰ ਦਾ ਰੰਗ ਤਮਾਸ਼ਿਆਂ ਦਾ, ਮਾਇਆ ਦਾ ਜਿਹੜਾ ਵਿਸ਼ਿਸ਼ ਸਰਕਲ ਹੈ, ਉਹਦੇ ਵਿੱਚੋਂ ਮਾਇਆ ਦੀ ਜਿਹੜੀ ਫਾਹੀ ਹੈ, ਮਾਇਆ ਦੇ ਚੁੰਗਲ ਨੇ, ਉਹਨਾਂ ਤੋਂ ਬਚ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਨੇ ਇਹ ਵੀ ਬਾਣੀ ਚ ਦੱਸਿਆ ਕਿ ਗੁਰੂ ਖੇਵਟ ਵੀ ਹੈ, ਗੁਰੂ ਬੋਹਿਤ ਵੀ ਹੈ, ਭਾਵ ਗੁਰੂ ਜਹਾਜ਼ ਵੀ ਹੈ ਔਰ ਗੁਰੂ ਮਲਾਹ ਵੀ ਹੈ। ਜਿਸ ਦੇ ਹੁਕਮ ਰੂਪੀ, ਜਿਸ ਦੇ ਸਿੱਖਿਆ ਰੂਪੀ ਬਚਨਾਂ ਦੇ ਨਾਲ ਮਾਨੋ ਤੁਸੀਂ ਸਵਾਰ ਹੋ ਕੇ ਬੋਹਿਥੜਾ ਹਰ ਚਰਨ ਮਨ ਚੜ ਲੰਘੀਏ। ਮਨ ਜਿਹੜਾ ਉਹ ਦੁਨਿਆਵੀ ਇੱਧਰ ਉੱਧਰ ਦੀਆਂ ਕੱਚਿਆਂ ਪਿੱਲਿਆਂ ਦੀਆਂ ਸਿੱਖਿਆਵਾਂ ਨੂੰ ਤਿਆਗ ਕੇ, ਜਿਹਨੂੰ ਆਪਾਂ ਮਨਮਤ ਆਖਦੇ ਹਾਂ, ਉਹ ਮਨਮੁਖੀ ਬਿਰਤੀ ਤਿਆਗ ਦਿੰਦਾ ਹੈ। ਗੁਰੂ ਦੀ ਸਿੱਖਿਆ ਨੂੰ, ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦਾ ਹੈ। ਗੁਰ ਕੀ ਸੋਝੀ ਆ ਜਾਂਦੀ ਹੈ, ਗੁਰ ਕੀ ਮੱਤ ਤੋਂ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜੇ ਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਰਿਓ। ਆਪਣੀ ਅਕਲ, ਸਿਆਣਪ, ਚਤੁਰਾਈ ਨਾਲ, ਧਰਮ ਦੇ ਕਰਮ ਕਾਂਡਾਂ ਦੇ ਰਾਹੀਂ ਇਹ ਸੰਸਾਰ ਸਾਗਰ ਨੂੰ ਪਾਰ ਕਰਨ ਦਾ ਯਤਨ ਕਰਨ ਵਾਲੇ ਸਾਹਿਬਾਨ ਕਿ ਜਿੰਨਿਆਂ ਨੇ ਵੀ ਕੀਤੇ, ਸਾਰੇ ਡੁੱਬੇ। ਇਸ ਕਰਕੇ ਪੂਰੇ ਗੁਰੂ ਤੇ ਭਰੋਸਾ ਕਰਨਾ ਹੈ, ਸ਼ਬਦ ਗੁਰੂ ਤੇ ਭਰੋਸਾ ਕਰਨਾ ਹੈ। ਪੂਰੇ ਗੁਰੂ ਦੀ ਸਿੱਖਿਆ ਜੋ ਗੁਰਬਾਣੀ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ, ਉਸ ਨੂੰ ਪੜ੍ਹਨਾ ਹੈ, ਉਸ ਨੂੰ ਸੁਣਨਾ ਹੈ, ਉਸ ਨੂੰ ਵਿਚਾਰਨਾ ਹੈ, ਸਮਝਣਾ ਹੈ, ਬੁੱਝਣਾ ਤੇ ਉਸ ਨੂੰ ਕਮਾਉਣਾ ਹੈ। ਜਿਹੜੇ ਜਿਹੜੇ ਐਸਾ ਯਤਨ ਕਰਨਗੇ, ਸ਼ਬਦ ਗੁਰੂ ਤੇ ਟੇਕ ਰੱਖ ਕੇ, ਭਰੋਸਾ ਰੱਖ ਕੇ, ਉਹ ਇਸ ਸੰਸਾਰ ਸਾਗਰ ਤੋਂ ਸਹਿਜੇ ਸੁਖਿਆਲੇ ਜਿਹੜੇ ਹਨ ਉਹ ਪਾਰ ਕਰਕੇ ਆਪਣੀ ਮੰਜ਼ਿਲ ਵੱਲ, ਆਪਣੇ ਜਿਹੜਾ ਨਿਜ ਘਰ ਹੈ ਉਸ ਤੱਕ ਪਹੁੰਚਣ ਦਾ ਉਹਨਾਂ ਨੂੰ ਉਹਦੇ 'ਚ ਸਫਲਤਾ ਪ੍ਰਾਪਤ ਹੋਏਗੀ। ਗੁਰੂ ਪਾਤਸ਼ਾਹ ਭਰੋਸਾ ਦਿਵਾ ਰਹੇ ਨੇ। ਹਾਂਜੀ, ਅੱਗੇ ਕਰ ਦਿਓ ਜੀ, ਅਗਲਾ ਪਤਾ ਕਰ ਦਿਓ ਜੀ। ਜਿਨ ਇੱਕ ਮਨ ਹਰ ਧਿਆਇਆ, ਮੇਰੀ ਜਿੰਦੜੀਏ, ਤਿਨ ਸੰਤ ਜਨਾ ਜੈਕਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ, ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ। ਇੱਥੇ ਹੁਣ ਕੰਡੀਸ਼ਨ ਹੈ, ਜਿਨ ਇੱਕ ਮਨ ਹਰ ਧਿਆਇਆ, ਮੇਰੀ ਜਿੰਦੜੀਏ। ਸੰਸਾਰ ਵਿੱਚ ਬਹੁਤ ਸਾਰੇ ਕੰਮ ਆਪਾਂ ਇੱਦਾਂ ਕਰਦੇ ਹਾਂ ਕਿ ਜਦੋਂ ਆਪਾਂ ਉਹ ਕੰਮ ਸਿੱਖਦੇ ਹਾਂ ਤਾਂ ਬੜੀ ਸਾਡੀ ਸਮਝੋ ਵੀ ਉਹਦੇ 'ਚ ਕੰਸਨਟ੍ਰੇਸ਼ਨ ਹੁੰਦੀ ਹੈ, ਸੁਰਤ ਜੁੜੀ ਹੁੰਦੀ ਹੈ, ਬੜੇ ਧਿਆਨ ਨਾਲ ਪੂਰਾ ਅਟੈਂਟਿਵਲੀ ਉਹਨੂੰ ਕਰਦੇ ਹਾਂ। ਤੇ ਜਦੋਂ ਉਹ ਕੰਮ ਅਸੀਂ ਕਰਦੇ ਹਾਂ ਉਹਦੇ 'ਚ ਪਰਪੱਕ ਹੋ ਜਾਂਦੇ ਹਾਂ ਤੇ ਉਹ ਸਾਡੀ ਰੂਟੀਨ ਬਣ ਜਾਂਦੀ ਹੈ, ਤਾਂ ਕਦੇ ਆਪਾਂ ਉਹਨਾਂ ਕੰਮਾਂ ਨੂੰ ਜਦੋਂ ਸਿੱਖਣ ਲੱਗੇ ਬਹੁਤ ਜ਼ਿਆਦਾ ਧਿਆਨ ਨਾਲ ਅਸੀਂ ਸਿੱਖਿਆ ਸੀ ਵੀ ਕਿਤੇ ਗਲਤ ਨਾ ਹੋ ਜਾਵੇ। ਲੇਕਿਨ ਜਦੋਂ ਕਰਦੇ ਹਾਂ ਉਹਨਾਂ 'ਚ ਪ੍ਰਵੀਨਤਾ ਹੋ ਜਾਂਦੀ ਹੈ ਤਾਂ ਆਪਾਂ ਅਵੇਸਲੇਪਨ ਨਾਲ ਵੀ ਉਹ ਕੰਮ ਕਰਦੇ ਨੇ। ਕਈ ਵਾਰੀ ਜਿਵੇਂ ਗੱਡੀ ਚਲਾਉਣ ਦੀ ਗੱਲ ਹੈ, ਸਾਈਕਲ ਚਲਾਉਣ ਦੀ ਗੱਲ ਹੈ, ਬਾਈਕ ਚਲਾਉਣ ਦੀ ਗੱਲ ਹੈ, ਜਦੋਂ ਸ਼ੁਰੂ ਸਿੱਖਦੇ ਹਾਂ ਤਾਂ ਆਪਾਂ ਦੇਖਦੇ ਹਾਂ ਹੈਂਡਲ ਵੀ ਬਹੁਤ ਸਖਤੀ ਨਾਲ ਫੜਿਆ ਹੁੰਦਾ, ਸਟੀਅਰਿੰਗ ਵੀ ਬਹੁਤ ਸਖਤੀ ਨਾਲ ਫੜਿਆ ਹੁੰਦਾ। ਜਦੋਂ ਚਲਾਉਂਦੇ ਕਈ ਸਾਲ ਹੋ ਗਏ ਤਾਂ ਅਗਲਾ ਬਾਤਾਂ ਵੀ ਕਰਦੇ, ਇੱਧਰ ਉੱਧਰ ਵੀ ਦੇਖ ਲਏ, ਇੱਕ ਹੱਥ ਨਾਲ ਵੀ ਮੈਨੂਵਰਿੰਗ ਕਰ ਲੈਂਦੇ। ਇੱਥੇ ਗੁਰੂ ਪਾਤਸ਼ਾਹ ਦੀ ਜਿਹੜੀ ਸਾਨੂੰ ਸਿੱਖਿਆ ਹੈ, ਜਿਹਨੇ ਇੱਕ ਮਨ ਹਰ ਧਿਆਇਆ, ਮੇਰੀ ਜ਼ਿੰਦਗੀ, ਪਰਮੇਸ਼ਰ ਦੀ ਬੰਦਗੀ, ਆਰਾਧਨਾ ਜਾਂ ਉਹਨਾਂ ਨਾਲ ਸਾਂਝ ਪਾ ਕੇ ਉਹਨਾਂ ਤੋਂ ਪਾਵਨ ਅਮੋਲਕ ਗੁਣਾਂ ਨੂੰ ਗ੍ਰਹਿਣ ਕਰਨਾ। ਇਹ ਕੰਮ ਐਸਾ ਨਹੀਂ ਜਿਵੇਂ ਦੁਨਿਆਵੀ ਬਹੁਤ ਸਾਰੀਆਂ ਕਿਰਿਆਵਾਂ ਆਪਾਂ ਕੰਮ ਕਰਦੇ ਹਾਂ ਜਿਨ੍ਹਾਂ ਨੂੰ ਥੋੜੇ ਸਮੇਂ ਬਾਅਦ ਆਪਾਂ ਅਵੇਸਲੇ ਹੋ ਕੇ ਵੀ ਲਾਪਰਵਾਹੀ ਨਾਲ ਵੀ ਕੈਜੂਅਲੀ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਵੀ ਕਰਦੇ ਹਾਂ। ਇਹ ਉੱਦਾਂ ਕਰਨ ਵਾਲਾ ਕੰਮ ਨਹੀਂ ਹੈ। ਜੋ ਮਾਲਕ ਨੂੰ ਚੇਤੇ ਕਰਨ ਵਾਲਾ ਹੈ, ਉਹਦੀ ਸਿਫਤ ਸਲਾਹ ਹੈ
इस करके साहिबां ने सानू उचेचे तौर पे यह बचन ये हुक्म बख्शिश किया है, प्रभ की उस्तत करो संत मीत सावधान एकाग्र छी। कि उस मालिक की जदों उस्तत करनी है ਤਾਂ ਆਪਣੇ ਹੋਰ ਇੱਧਰ ਉੱਧਰ ਦੇ ਕੰਮਾਂ ਦੇ ਜੰਜਾਲਾਂ ਦੇ ਫੁਰਨਿਆਂ ਨੂੰ ਸਾਹਿਬਾਂ ਨੇ ਸਪਸ਼ਟ ਵੀ ਕਿਹਾ ਵੀ ਭਾਈ ਇਹ ਜੰਜਾਲਾਂ ਨੂੰ ਛੱਡ ਕੇ ਭਾਈ ਜੁੜ ਕੇ ਬੈਠਿਆ ਕਰ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਉਹਨਾਂ ਸਾਰਿਆਂ ਤੋਂ ਡਿਟੈਚ ਹੋ ਕੇ ਆਪਣਾ ਮਨ ਚਿੱਤ ਜੋੜ ਕੇ ਸੁਰਤ ਜੋੜ ਕੇ ਉਹਦੀ ਆਰਾਧਨਾ ਕਰਨੀ, ਚਾਹੇ ਆਪਾਂ ਉਹ ਨਿਤਨੇਮ ਦਾ ਪਾਠ ਕਰੀਏ, ਚਾਹੇ ਆਪਾਂ ਆਸਾ ਕੀ ਵਾਰ ਦਾ ਕੀਰਤਨ ਸੁਣੀਏ, ਚਾਹੇ ਕਿਤੇ ਆਪਾਂ ਕਥਾ ਵਿਚਾਰ ਸੁਣੀਏ। ਬਾਣੀ ਨਾਲ ਕਿਸੇ ਤਰ੍ਹਾਂ ਵੀ ਆਪਾਂ ਪਾਠ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ ਦੇ ਵਿੱਚ, ਕਥਾ ਵਿਚਾਰ ਦੇ ਰੂਪ ਵਿੱਚ ਅਗਰ ਆਪਾਂ ਸਾਂਝ ਪਾਣੀ ਹੋ ਜਾਂ ਆਪਾਂ ਸਹਿਜ ਪਾਠ ਵੀ ਕਰਨਾ ਕਦੇ, ਤਾਂ ਆਪਾਂ ਇਹ ਯਤਨ ਕਰਨਾ ਕਿ ਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਸਨਮੁਖ ਰੱਖ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਜੇ ਕਰਾਂਗੇ ਤਾਂ ਉਹ ਥੋੜੇ ਸਮੇਂ ਦੇ ਵਿੱਚ ਵੀ ਲਾਹਾ ਬਹੁਤ ਹੋਏਗਾ। ਤੇ ਜੇ ਆਪਾਂ ਅਵੇਸਲੇਪਨ ਨਾਲ ਇਹਨੂੰ, ਜਿਵੇਂ ਆਪਾਂ ਦੁਨੀਆਦਾਰੀ 'ਚ ਅਖਬਾਰ ਪੜ੍ਹ ਰਹੇ ਹਾਂ ਜਾਂ ਕੋਈ ਨਾਵਲ ਪੜ੍ਹ ਰਹੇ ਹਾਂ ਜਾਂ ਕੋਈ ਮੈਗਜ਼ੀਨ ਪੜ੍ਹ ਰਹੇ ਹਾਂ, ਉਸ ਤਰ੍ਹਾਂ ਕੈਜੂਅਲੀ ਪੜ੍ਹਾਂਗੇ ਤਾਂ ਜਿਵੇਂ ਮੇਰੇ ਵਰਗੇ ਬਹੁਤ ਸ਼ਿਕਾਇਤਾਂ ਵੀ ਕਰਦੇ ਨੇ ਕਿ ਪਾਠ ਤਾਂ ਬਹੁਤ ਸਾਲ ਹੋ ਗਏ ਕਰਦਿਆਂ ਹੋਇਆ ਮਨ ਨਹੀਂ ਜੁੜਦਾ, ਮਨ ਸੁਧਰਦਾ ਨਹੀਂ, ਗੁੱਸਾ ਨਹੀਂ ਜਾਂਦਾ, ਹਲੇ ਨਿਮਰਤਾ ਨਹੀਂ ਆਉਂਦੀ, ਮਨ ਟਿਕਦਾ ਨਹੀਂ। ਸੋ ਟਿਕੇਗਾ ਕਿਵੇਂ? ਜਦ ਮਨ ਟਿਕਾਣ ਵਾਲੀ ਜੋ ਜੁਗਤ ਗੁਰੂ ਨੇ ਦੱਸੀ ਹੈ, ਪੂਰੇ ਗੁਰੂ ਨੇ, ਉਸ ਜੁਗਤ ਦੇ ਰਾਹੀਂ ਤੁਸੀਂ ਉਹਨੂੰ ਜਪ ਨਹੀਂ ਰਹੇ ਤਾਂ ਟਿਕੇਗਾ ਨਹੀਂ ਮਨ। ਜਿਨ ਇੱਕ ਮਨ, ਜਿਨ੍ਹਾਂ ਨੇ ਇੱਕ ਗੁਰੂ ਪਰਮੇਸ਼ਰ ਤੇ ਭਰੋਸਾ ਰੱਖ ਕੇ, ਕੇਵਲ ਗੁਰੂ ਦੇ ਬਚਨਾਂ ਤੇ ਭਰੋਸਾ ਰੱਖ ਕੇ ਮਨ ਦੇ ਫੁਰਨਿਆਂ ਨੂੰ ਇੱਧਰੋਂ ਉੱਧਰੋਂ ਆਪਣਾ ਸਮੇਟ ਕੇ ਸੁਰਤ ਜੋੜ ਕੇ ਉਸ ਮਾਲਕ ਨੂੰ ਧਿਆਇਆ ਹੈ, ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ। ਕਹਿੰਦੇ ਉਹਨਾਂ ਦਾ ਜੀਵਨ ਏਦਾਂ ਦਾ ਹੋ ਜਾਂਦਾ ਹੈ, ਪਰਮੇਸ਼ਰ ਦੇ ਨਾਮ ਸਿਮਰਨ ਦੀ ਬਰਕਤ ਬਖਸ਼ਿਸ਼ ਰਾਹੀਂ। ਬਚਨ ਆਪਾਂ ਬਹੁਤ ਸਾਰੇ ਪੜ੍ਹੇ ਨੇ, ਸਾਹਿਬਾਂ ਨੇ ਸਪਸ਼ਟ ਹੀ ਕਿਹਾ, ਜਿਸ ਨੀਚ ਕੋ ਕੋਏ ਨਾ ਜਾਣੈ ਨਾਮ ਜਪਤ ਉਹ ਚਾਹੋ ਕੁੰਟ ਮਾਨੈ। ਕਿ ਜਿਸ ਨੂੰ ਆਪਣੇ ਇਲਾਕੇ ਵਿੱਚ ਵੀ ਕੋਈ ਜਾਣਦਾ ਨਹੀਂ ਸੀ, ਭਾਵ ਉਹ ਇੰਨਾ ਨਿਮਾਣਾ ਨਿਤਾਣਾ ਜਿਹਾ ਸਧਾਰਨ ਜਿਹਾ ਮਨੁੱਖ ਸੀ, ਕੋਈ ਨਾਮ ਵੀ ਨਹੀਂ ਜਾਣਦਾ ਸੀ। ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਤਾਂ ਚਾਰੋਂ ਦਿਸ਼ਾਵਾਂ ਵਿੱਚ ਹਰ ਪਾਸੇ ਉਹਨਾਂ ਦੀ ਪਰਮੇਸ਼ਰ ਦੀ ਬੰਦਗੀ ਸਿਮਰਨ ਕਰਨ ਨਾਲ ਉਹਨਾਂ ਦੇ ਵਿੱਚ ਗੁਣ ਉਹੋ ਜਿਹੇ ਆ ਗਏ, ਗੁਰੂ ਪਰਮੇਸ਼ਰ ਵਰਗੇ। ਉਹਨਾਂ ਦੀ ਸ਼ੋਭਾ ਸਭ ਜਗ੍ਹਾ ਸੰਸਾਰ ਵਿੱਚ ਫੈਲੀ। ਉਹ ਇੱਥੇ ਵੀ ਸਾਹਿਬ ਉਹੀ ਸਮਝਾ ਰਹੇ ਨੇ, ਤਿੰਨ ਸੰਤ ਜਨਾ ਜੈਕਾਰੋ ਰਾਮ। ਦਾਸ ਨੂੰ ਜਿੱਥੋਂ ਤੱਕ ਭਰੋਸਾ ਹੈ ਕਿ ਸੰਤ ਸ਼ਬਦ, ਸਾਧੂ ਸ਼ਬਦ ਜਿੱਥੇ ਵੀ ਆਇਆ ਹੈ ਉਹ ਪੂਰੇ ਗੁਰੂ ਦੇ ਪ੍ਰਤੀ ਆਇਆ। ਕੇਵਲ ਜਿਨ੍ਹਾਂ ਨੇ ਸਾਧੂਆਂ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਉਹਨਾਂ ਲਈ ਨਹੀਂ ਆਇਆ, ਜਾਂ ਉਹਨਾਂ ਲਈ ਆਇਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਇਆ। ਉਸ ਅਵਸਥਾ ਦੇ ਮਾਲਕ ਹੋਏ ਨੇ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ ਭੇਦ ਨਾ ਜਾਣੂ ਮੂਲ ਸਾਈਂ ਦੇ। ਜਿਨ੍ਹਾਂ ਦੀ ਅਵਸਥਾ ਆਤਮਿਕ ਅਵਸਥਾ ਗੁਣਾ ਕਰਕੇ ਬਿਲਕੁਲ ਗੁਰੂ ਦੀ ਬਖਸ਼ਿਸ਼ ਰਾਹੀਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਆ, ਗੁਰੂ ਦੀ ਸਿੱਖਿਆ ਨੂੰ ਕਮਾਉਂਦੇ ਆ, ਬਿਲਕੁਲ ਉਸ ਤਰ੍ਹਾਂ ਦੀ ਹੋਵੇ। ਤਿੰਨ ਸੰਤ ਜਨਾ ਜੈਕਾਰੋ ਰਾਮ। ਕਹਿੰਦੇ ਉਹਨਾਂ ਦੀ ਇਸ ਜਗਤ ਵਿੱਚ ਵੀ ਸ਼ੋਭਾ ਹੁੰਦੀ ਹੈ ਤੇ ਗੁਰੂ ਪਰਮੇਸ਼ਰ ਦੇ ਦਰ ਤੇ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ, ਭਾਵੋ ਪ੍ਰਵਾਨ ਹੋ ਜਾਂਦੇ ਨੇ, ਉਹ ਖਰਿਆਂ ਵਿੱਚ ਗਿਣੇ ਜਾਂਦੇ ਨੇ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ। ਸਾਹਿਬਾਂ ਨੇ ਤਾਂ ਸੁਣਨ ਤੇ ਹੀ ਬਖਸ਼ਿਸ਼ ਕਰ ਦਿੱਤੀ। ਆਪਾਂ ਆਨੰਦ ਸਾਹਿਬ ਚ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਲੇਕਿਨ ਸੁਣਨ ਦਾ ਭਾਵ ਇਹ ਨਹੀਂ ਕਿ ਕੇਵਲ ਸੁਣ ਲਈ। ਗੁਰੂ ਸਾਹਿਬ ਨੇ ਬਹੁਤ ਥਾਵਾਂ ਤੇ ਬਾਣੀ ਵਿੱਚ ਇਹ ਬਚਨਾਂ ਰਾਹੀਂ ਸਮਝਾਇਆ ਕਿ ਸੁਣਨ ਦਾ ਭਾਵ ਕੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਔਰ ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਣਾ, ਸੁਨਤ ਕਮਾਵਤ ਹੋਤ ਉਧਾਰ। ਸੋ ਜਦੋਂ ਸੁਣਨ ਦੀ ਗੁਰੂ ਪਾਤਸ਼ਾਹ ਕਿਤੇ ਸਿੱਖਿਆ ਦੇ ਰਹੇ ਹੋਣਗੇ ਬਾਣੀ 'ਚ, ਕੇਵਲ ਪੜ੍ਹਨ ਦੀ ਬੇਸ਼ੱਕ ਸਿੱਖਿਆ ਦੇ ਰਹੇ ਹੋਣਗੇ, ਕੇਵਲ ਗਾਉਣ ਦੀ ਬੇਸ਼ੱਕ ਪ੍ਰੇਰਨਾ ਬਖਸ਼ਿਸ਼ ਕਰ ਰਹੇ ਹੋਣਗੇ,
ਤਾਂ ਉੱਥੇ ਆਪਣੇ ਆਪ ਇਹਨਾਂ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਸਾਰਿਆਂ ਨੂੰ ਸਨਮੁਖ ਰੱਖਣਾ ਹੈ ਕਿ ਚਾਹੇ ਉਹ ਗੁਰੂ ਪਾਤਸ਼ਾਹ ਪੜ੍ਹਨ ਦੀ ਪ੍ਰੇਰਣਾ ਕਰ ਰਹੇ ਨੇ, ਚਾਹੇ ਗਾਉਣ ਦੀ ਪ੍ਰੇਰਣਾ ਕਰ ਰਹੇ ਨੇ, ਚਾਹੇ ਵਿਚਾਰਨ ਦੀ ਪ੍ਰੇਰਣਾ ਕਰ ਰਹੇ ਨੇ, ਚਾਹੇ ਸੁਣਨ ਦੀ ਪ੍ਰੇਰਣਾ ਕਰ ਰਹੇ ਨੇ। ਉੱਥੇ ਭਾਵ ਇਹ ਹੈ ਕਿ ਸੁਣਨਾ ਜਿਹਨੂੰ, ਉਹਨੂੰ ਸਮਝਣਾ, ਉਹਨੂੰ ਮੰਨਣਾ ਔਰ ਕਮਾਉਣਾ। ਮੰਨਣ ਦਾ ਭਾਵ ਕਮਾਉਣਾ ਜੀਵਨ ਵਿੱਚ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ। ਨਾਨਕ ਜੀ ਆਖਦੇ ਨੇ ਕਿ ਜਿਨ੍ਹਾਂ ਨੇ ਹਰੀ ਨੂੰ ਜਪਿਆ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਰਾਹੀਂ ਉਸ ਮਾਲਕ ਨੂੰ ਜਪਿਆ, ਕਹਿੰਦੇ ਉਹ ਤਾਂ ਹਰੀ ਦਾ ਰੂਪ ਹੋ ਗਏ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਹੜਾ ਸਾਰਿਆਂ ਜੀਵਾਂ ਵਿੱਚ ਕੇਲ ਕਰਦਾ ਹੈ, ਜਿਹਦੇ ਸਾਰੇ ਜੀਵਿਆਂ 'ਚ ਜਿਹਦੀ ਕਲਾ ਵਰਤਦੀ ਹੈ, ਹਰ ਥਾਂ ਮੌਜੂਦ ਹੈ। ਕਹਿੰਦੇ ਉਸ ਮਾਲਕ ਨਾਲ ਮਿਲਾਪ ਹੋ ਗਿਆ ਜਿਸ ਤੋਂ ਵਿਛੜੇ ਹੋਏ ਸੀ। ਤੇ ਸਭ ਤੋਂ ਅਸੀਮ ਸੁੱਖ, ਜਿਹਦੀ ਕੋਈ ਸੀਮਾ ਨਹੀਂ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਸੁੱਖ ਨੂੰ ਜਦੋਂ ਪ੍ਰਾਪਤ ਹੁੰਦਾ ਹੈ, ਉਹ ਹੈ ਪਰਮੇਸ਼ਰ ਨਾਲ ਮਿਲਾਪ। ਉਸ ਤੋਂ ਵਿਛੜਿਆ ਦੁੱਖ ਹੀ ਦੁੱਖ ਹੈ। ਔਰ ਜਦੋਂ ਗੁਰੂ ਦੀ ਰਹਿਮਤ ਸਦਕਾ, ਗੁਰੂ ਦੇ ਬਚਨ ਕਮਾਉਣ ਸਦਕਾ ਉਸ ਮਾਲਕ ਨਾਲ ਮਿਲਾਪ ਹੋ ਜਾਂਦਾ, ਉਹਦੇ 'ਚ ਸਮਾ ਕੇ ਉਹਦਾ ਰੂਪ ਹੋ ਜਾਂਦੇ ਆ, ਉਹ ਸੁੱਖ ਜਿਹੜਾ ਹੈ ਉਹ ਬਿਆਨ ਨਹੀਂ ਹੋ ਸਕਦਾ। ਸਾਹਿਬਾਂ ਨੇ ਕਿਹਾ ਜਿਵੇਂ ਗੂੰਗੇ ਦੀ ਮਠਿਆਈ, ਵੀ ਗੂੰਗਾ ਮਠਿਆਈ ਖਾ ਲਵੇ ਤਾਂ ਉਹਨੂੰ ਕਿੰਨਾ ਖੁਸ਼ੀ ਮਿਲੀ ਹੈ, ਕਿੱਦਾਂ ਦਾ ਅਨੁਭਵ ਹੋਇਆ, ਕਿਹਾ ਨਹੀਂ ਜਾ ਸਕਦਾ। ਕਹਿੰਦੇ ਇਸ ਤਰ੍ਹਾਂ ਦੀ ਗੱਲ ਹੈ। ਲੇਕਿਨ ਜੀਵਨ ਵਿੱਚੋਂ ਕਿਉਂਕਿ ਔਗਣ ਚਲੇ ਜਾਂਦੇ ਨੇ, ਔਗਣ ਜਿਹੜੇ ਫਾਹੀਆਂ ਨੇ ਸਾਨੂੰ ਪੈਰ ਪੈਰ ਦੇ ਉੱਤੇ ਭਟਕਾ ਦਿੰਦੇ ਨੇ, ਖੁਆਰ ਕਰਦੇ ਨੇ। ਕਹਿੰਦੇ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਬਚਨਾਂ ਰਾਹੀਂ ਉਸ ਮਾਲਕ ਨੂੰ ਜਪਣ ਦਾ ਸਭ ਤੋਂ ਵੱਧ ਲਾਹਾ ਇਹ ਹੁੰਦਾ ਹੈ ਕਿ ਜੀਵਨ ਵਿੱਚੋਂ ਔਗਣ ਚਲੇ ਜਾਂਦੇ ਨੇ। ਔਗਣ ਚਲੇ ਗਏ ਭਾਵ ਦੁੱਖ ਚਲੇ ਗਏ, ਦੁੱਖਾਂ ਤੋਂ ਨਿਵਰਤੀ ਹੋ ਗਈ। ਤੇ ਉਹ ਸਦਾ ਟਿਕਣ ਵਾਲਾ, ਸਦਾ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼। ਜਦੋਂ ਪਾਪਾਂ ਦਾ ਨਾਸ਼ ਹੋ ਗਿਆ ਤੇ ਉਹਦੇ ਸਦਕਾ ਦੁੱਖਾਂ ਦਾ ਵੀ ਨਾਸ਼ ਹੋ ਗਿਆ। ਤੇ ਮਨ ਜਿਹੜਾ ਹੈ ਉਹ ਗਾ ਉੱਠਦਾ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੈ ਵਾਜੇ ਅਨਹਦ ਤੂਰੇ, ਤਾਪ ਪਾਪ ਸੰਤਾਪ ਨਿਵਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਅਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸੁਆਰੀ। ਜੀਵ ਰੂਪੀ ਸਤਸੰਗੀ ਭੈਣਾਂ ਦੇ ਨਾਲ ਮਿਲ ਕੇ ਜਦੋਂ ਗੁਰੂ ਦੇ ਬਚਨਾਂ ਨੂੰ ਕਮਾਇਆ, ਉਹਦੀ ਸਿਫਤ ਸਲਾਹ ਕੀਤੀ, ਕਹਿੰਦੇ ਮਨ ਸ਼ਾਂਤੀ ਵਿੱਚ, ਖੇੜੇ ਵਿੱਚ, ਟਿਕਾਓ ਵਿੱਚ ਆ ਗਿਆ। ਮਨ ਦੀ ਜਿਹੜੀ ਇੱਧਰ ਉੱਧਰ ਦੀ ਭਟਕਣਾ ਸੀ, ਵਿਸ਼ੇ ਵਿਕਾਰਾਂ ਦੇ ਭੋਗਾਂ ਨੂੰ ਮਾਣਨ ਦੀ, ਰਸਾਂ ਕਸਾਂ ਨੂੰ ਮਾਣਨ ਦੀ, ਕਹਿੰਦੇ ਉੱਧਰੋਂ ਮਨ ਜਿਹੜਾ ਉਹਨੂੰ ਮੋੜਾ ਹੋ ਗਿਆ। ਸਾਰੇ ਦੁੱਖ ਜਿਹੜੇ ਸੀ ਨਿਵਾਰਨ ਵਾਲੇ ਹਰੀ ਦੇ ਨਾਮ ਨੂੰ ਜਦੋਂ ਗੁਰੂ ਦੀ ਕਿਰਪਾ ਸਦਕਾ ਮੇਰੀ ਜ਼ਿੰਦੜੀਏ ਮੈਂ ਜਪਿਆ। ਹਾਂਜੀ, ਉਹ ਅਗਲਾ ਬੰਦ ਕਰ ਦਿਓ ਜੀ। ਸਾਰਸਨਾ ਤਨ ਤਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ, ਤੇ श्रवण भले शोभनीक है मेरी जिंदड़िए, मेरी जिंदड़िए हर कीर्तन सुने हर तेरे राम। ਸਾਹਿਬਾਂ ਨੇ ਆਪਣੇ ਜਿੰਨੇ ਗਿਆਨ ਇੰਦਰੀ ਨੇ, ਨੱਕ ਹੈ, ਕੰਨ ਹੈ, ਜੇਵਾ ਹੈ, ਤਵਚਾ ਹੈ, ਅੱਖਾਂ ਹੈ, ਇਹਨਾਂ ਸਾਰਿਆਂ ਦੀ ਦੁਰਵਰਤੋਂ ਤੋਂ ਕਿਵੇਂ ਬਚਣਾ ਔਰ ਇਹਨਾਂ ਦੀ ਚੰਗੀ ਵਰਤੋਂ, ਸੁਵਰਤੋਂ ਕਿਵੇਂ ਕਰਨੀ ਹੈ, ਗੁਰੂ ਦੇ ਬਚਨਾਂ ਰਾਹੀਂ ਬਹੁਤ ਸਾਰੇ ਪਾਵਨ ਬਚਨਾਂ ਰਾਹੀਂ ਸਮਝਾਏ। ਅੱਖਾਂ ਅਗਰ ਮਾੜਾ ਕਿਸੇ ਦਾ ਰੂਪ, ਤਨ ਔਰ ਧਨ ਦੇਖ ਕੇ ਮੈਲੀ ਦ੍ਰਿਸ਼ਟੀ ਕਰਦੀਆਂ ਨੇ ਤਾਂ ਸਾਹਿਬਾਂ ਨੇ ਕਿਉਂ ਬੇਕਾਰ ਨੇ, ਅੱਖਾਂ ਕਿਸੇ ਕੰਮ ਦੀਆਂ ਨਹੀਂ, ਨਾ ਹੀ ਹੁਣ ਤਾਂ ਹੀ ਚੰਗਾ ਹੈ। ਕੰਨ ਜੇ ਕਿਸੇ ਦੀ ਨਿੰਦਾ ਚੁਗਲੀ ਵਿੱਚ ਸੁਣਨ ਵਿੱਚ ਰਸ ਲੈਂਦੇ ਨੇ ਤਾਂ ਸਾਹਿਬਾਂ ਨੇ ਕਿਹਾ ਬੇਕਾਰ ਨਹੀਂ ਹੋ ਕੰਨ। ਜਿਹੜਾ ਨੱਕ ਕਿਸੇ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਦੇ ਵਿੱਚ ਲਿਪਤ ਹੁੰਦਾ ਹੈ, ਸਾਹਿਬਾਂ ਨੇ ਕਿਹਾ ਕਿਸੇ ਕੰਮ ਦਾ ਨਹੀਂ। ਜਿਹੜੀ ਜੀਭ ਨਿੰਦਾ ਚੁਗਲੀ ਕਰਨ ਦੇ ਵਿੱਚ ਰਸ ਲੈਂਦੀ ਹੈ ਔਰ ਬੇਅੰਤ ਪਦਾਰਥਾਂ ਦੇ ਭੋਗਣ ਵਿੱਚ ਹੀ ਹਮੇਸ਼ਾ ਲਿਪਤ ਰਹਿੰਦੀ ਹੈ ਔਰ ਬੋਲ ਕਬੋਲ ਬੋਲ ਕੇ ਕਿਸੇ ਦੇ ਮਨ ਨੂੰ ਚੋਟ ਪਹੁੰਚਾਉਂਦੀ ਹੈ, ਕਿਸੇ ਦੇ ਮਨ ਨੂੰ ਪੀੜਾ ਪਹੁੰਚਾਉਂਦੀ ਹੈ, ਸਾਹਿਬਾਂ ਨੇ ਕਿਹਾ ਕਿਸੇ ਕੰਮ ਦੀ ਨਹੀਂ।
ਸੋ ਇਸੇ ਤਰ੍ਹਾਂ ਹੱਥਾਂ ਬਾਰੇ ਵੀ ਸਾਹਿਬਾਂ ਨੇ ਕਿਹਾ ਕਿ ਜਿਹੜੇ ਹੱਥ ਕਿਸੇ ਦਾ ਹੱਕ ਮਾਰਦੇ ਨੇ, ਕਿਸੇ ਨਾਲ ਅਨਿਆਂ ਕਰਦੇ ਨੇ, ਕਿਸੇ ਨਾਲ ਧੱਕਾ ਕਰਦੇ ਨੇ, ਭਾਈ ਕਿਸੇ ਕੰਮ ਦੇ ਨਹੀਂ। ਜਿਹੜੇ ਪੈਰ ਕੁਸੰਗ ਦੇ ਵਿੱਚ, ਸ਼ਰਾਬਖਾਨਿਆਂ ਵਿੱਚ, ਜੂਆਖਾਨਿਆਂ ਵਿੱਚ, ਵਿਚਾਰ ਦੇ ਅੱਡਿਆਂ ਤੇ, ਜਾਂ ਜਿਵੇਂ ਐਵੇਂ ਹੀ ਕੋਈ ਕਿਸੇ ਦੀ ਨਿੰਦਾ ਚੁਗਲੀ ਜਾਂ ਕਿਸੇ ਦੇ ਬਾਰੇ ਗੁਣ ਔਗਣਾ ਦੀ ਪੁਣਛਾਣ ਕਰਨ ਦੀਆਂ ਮਹਿਫਲਾਂ ਵੱਲ ਲੈ ਕੇ ਜਾਂਦੇ ਨੇ, ਕਹਿੰਦੇ ਕਿਸੇ ਕੰਮ ਦੇ ਨਹੀਂ। ਸਾਹਿਬਾਂ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਸਮਝਾਇਆ, ਹੋਰ ਵੀ ਬਹੁਤ ਸਾਰੇ ਬਚਨ ਨੇ। ਮਿਥਿਆ ਸ਼ਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ। ਗੁਰੂ ਦਾ ਹੁਕਮ ਬੁੱਝ ਕੇ ਉਹਨਾਂ ਅਨੁਸਾਰ ਤੋਰਨ ਤੋਂ ਇਲਾਵਾ ਇਹਨਾਂ ਗਿਆਨ ਇੰਦਰੀਆਂ ਨੂੰ ਕਹਿੰਦੇ ਬੇਕਾਰ ਹੀ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਜਿਨ੍ਹਾਂ ਨੇ ਗੁਰੂ ਪਾਤਸ਼ਾਹ ਤੋਂ ਇਹ ਜੀਵਨ ਕਿਉਂ ਮਿਲਿਆ, ਇਹ ਅੱਖਾਂ ਕਿਉਂ ਲਾਈਆਂ ਨਿਰੰਕਾਰ ਨੇ, ਇਹ ਕੰਨ ਕਿਉਂ ਲਾਏ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸਰਵਣੋ ਮੇਰਿਓ ਸੱਚ ਹੈ, ਗੁਰੂ ਅਮਰਦਾਸ ਪਾਤਸ਼ਾਹ ਸੱਚ ਹੈ। ਸੁਣਨਾ ਨੋ ਪਠਾਏ, ਸਰੀਰ ਲਾਏ, ਸੁਣੋ ਸਤ ਬਾਣੀ, ਜਿਤ ਸੁਣੀ ਤਨ ਮਨ ਹਰਿਆ ਹੁਆ, ਰਸਨਾ ਰਸ ਸਮਾਣੀ। ਸੋ ਹਰ ਇੱਕ ਅੰਗ ਨੂੰ ਕਿਵੇਂ ਵਰਤਣਾ ਹੈ, ਗੁਰੂ ਦੀ ਸਿੱਖਿਆ ਦੇ ਕੇ ਸਾਹਿਬਾਂ ਨੇ ਸਮਝਾਇਆ, ਔਰ ਨਹੀਂ ਵਰਤਾਂਗੇ ਸਾਹਿਬ ਕਿਆ ਬੇਕਾਰ ਨੇ। ਸੋ ਇੱਥੇ ਵੀ ਸਾਹਿਬ ਸਾਨੂੰ ਇਹ ਪ੍ਰੇਰਣਾ ਬਖਸ਼ਿਸ਼ ਕਰਨੇ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਕਿ ਉਹ ਰਸਨਾ ਸੱਚਮੁੱਚ ਧਨਤਾ ਦੇ ਯੋਗ ਹੈ, ਸ਼ੋਭਨੀਕ ਹੈ, ਸਿਫਤ ਸਲਾਹ ਦੀ ਪਾਤਰ ਹੈ, ਜਿਹੜੀ ਗੁਰੂ ਦੇ ਬਚਨਾਂ ਰਾਹੀਂ ਹੈ ਮੇਰੀ ਜਿੰਦੜੀਏ ਉਸ ਹਰੀ ਦੇ ਗੁਣ ਗਾਉਂਦੀ ਹੈ। ਗੁਣ ਗਾਵੈ ਹਰ ਪ੍ਰਭ ਕੇਰੇ ਰਾਮ, ਪ੍ਰਭ ਕੇਰੇ ਭਾਵ ਪ੍ਰਭੂ ਦੇ ਗੁਣ ਗਾਉਂਦੀ ਹੈ, ਕਿਉਂਕਿ ਗੁਣ ਗਾਣ ਨਾਲ ਹੀ ਅੰਦਰੋਂ ਔਗਣਾ ਦੀ, ਵਿਸ਼ੇ ਵਿਕਾਰਾਂ ਦੀ, ਮੈਲੇ ਫੁਰਨਿਆਂ ਦੀ, ਮੈਲੇ ਕੁਚੈਲੇ ਸੁਭਾਵ ਦੀ, ਆਦਤਾਂ ਦੀ ਮੈਲ ਜਾਣੀ ਹੈ। ਸਾਹਿਬਾਂ ਨੇ ਸਮਝਾਇਆ ਸਾਨੂੰ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਕਿ ਜਿਉਂ-ਜਿਉਂ ਉਹਦੇ ਗੁਣ ਗਾਏਗਾ, ਮਨ ਚ ਇਕਾਗਰ ਕਰਕੇ, ਗੁਰੂ ਦੇ ਬਚਨਾਂ ਨੂੰ ਸਨਮੁਖ ਰੱਖ ਕੇ, ਜਿਵੇਂ ਸਾਬਣ ਮੈਲ ਮੂਤਰ ਨਾਲ ਭਰੇ ਕੱਪੜਿਆਂ ਨੂੰ ਉਹਦੀ ਮੈਲ ਕੱਢ ਕੇ ਸਵੱਛ ਕਰ ਦਿੰਦਾ, ਮਲੀਨਤਾ ਕੱਢ ਕੇ, ਕਹਿੰਦੇ ਇਸ ਤਰ੍ਹਾਂ ਮਨ ਜਿਹੜਾ ਹੈ ਔਰ ਤਨ ਜਿਹੜਾ ਹੈ ਦੋਨੋਂ ਨਿਰਮਲ ਹੋ ਜਾਣਗੇ। ਜੀਉ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕਰਨੀ ਜਿਹੜੀ ਹੈ ਜਿਸ ਤਰ੍ਹਾਂ ਗੁਰੂ ਚਾਹੁੰਦਾ ਹੈ, ਜਿਸ ਤਰ੍ਹਾਂ ਪਰਮੇਸ਼ਰ ਚਾਹੁੰਦਾ ਹੈ, ਉਹਦੇ ਅਨੁਸਾਰ ਹੀ ਹੋ ਜਾਏਗੀ, ਗੁਰੂ ਦੀ ਮੱਤ ਦੇ ਅਨੁਸਾਰ ਹੀ ਹੋ ਜਾਏਗੀ। ਇਸ ਕਰਕੇ ਸਾਹਿਬਾਂ ਨੇ ਸਾਨੂੰ ਬਾਣੀ ਵਿੱਚ ਸਮਝਾਇਆ ਕਿ ਉਹ ਰਸਨਾ ਸੁੱਚੀ ਹੈ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਉਹਨੂੰ ਕੂੜ ਕਬਾੜੇ ਦੀ, ਔਗਣਾ ਦੀ, ਨਿੰਦਾ ਦੀ, ਚੁਗਲੀ ਦੀ, ਬੋਲ ਕਬੋਲ ਦੀ, ਔਰ ਕੇਵਲ ਪਦਾਰਥਾਂ ਦੇ ਵਿੱਚੋਂ ਰਸ ਮਾਣਨ ਦੀ ਜਿਹੜੀ ਲਾਲਸਾ ਹੁੰਦੀ ਹੈ, ਉਹ ਮਾੜਾ ਸੁਭਾਅ ਹੁੰਦਾ, ਕਹਿੰਦੇ ਉਹ ਖਤਮ ਹੋ ਜਾਏਗਾ, ਨਿਰਮਲ ਹੋ ਜਾਏਗੀ। ਸੋ ਉਸ ਰਸਨਾ ਨੂੰ ਸਾਹਿਬਾਂ ਨੇ ਸ਼ੋਭਨੀਕ ਕਿਹਾ, ਧਨਤਾ ਯੋਗ ਕਿਹਾ, ਜਿਹੜੀ ਗੁਰੂ ਦੀ ਸਿੱਖਿਆ ਲੈ ਕੇ ਉਸ ਮਾਲਕ ਦੀ ਸਿਫਤ ਸਲਾਹ ਕਰਦੀ, ਉਹਦੇ ਗੁਣ ਗਾਉਂਦੀ ਹੈ। ਔਰ ਗੁਣ ਗਾਉਂਦਿਆਂ ਗਾਉਂਦਿਆਂ ਅੰਦਰੋਂ ਔਗਣਾ ਦੀ, ਵਿਸ਼ੇ ਵਿਕਾਰਾਂ ਦੀ, ਵਿਖਿਆ ਦੀ ਮੈਲ ਜਿਹੜੀ ਉਹ ਨਿਕਲ ਜਾਂਦੀ ਹੈ ਮਨ ਚੋਂ। ਔਰ ਤਨ ਵਿੱਚੋਂ ਵੀ, ਤਨ ਵੀ ਜਦੋਂ ਮਨ ਨਿਰਮਲ ਹੋ ਗਿਆ ਤਾਂ ਤਨ ਦੀ ਕਰਨੀ ਜਿਹੜੀ ਹੈ ਉਹ ਵੀ ਨਿਰਮਲ ਹੋ ਜਾਏਗੀ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਤੇ ਸ਼ਰਵਨ ਭਲੇ ਸ਼ੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਕਹਿੰਦੇ ਉਹ ਸ਼ਰਵਣ ਭਾਵ ਕੰਨ, ਉਹ ਵੀ ਭਲੇ ਨੇ, ਉਹ ਚੰਗੇ ਨੇ, ਉਹ ਸ਼ੋਭਨੀਕ ਨੇ, ਸ਼ੋਭਾ ਦੇ ਲਾਇਕ ਨੇ। ਇਹ ਮੇਰੀ ਜਿੰਦੜੀਏ, ਕਿਹੜੇ ਕੰਨ? ਜਿਹੜੇ ਉਹਦੀ ਕੀਰਤ ਸੁਣਦੇ ਨੇ, ਜਿਹੜੇ ਉਹਦੀ ਕੀਰਤ ਵਿੱਚ ਜੁੜਦੇ ਨੇ। ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਜਿਹੜੇ ਹਰੀ ਦਾ, ਮਾਲਕ ਦਾ, ਨਿਰੰਕਾਰ ਦਾ, ਪ੍ਰਭੂ ਦੀ ਸਿਫਤ ਸਲਾਹ। ਕੀਰਤਨ ਦਾ ਭਾਵ ਕੀਰਤ ਉਸਤਤੀ ਹੈ, ਜਿਹੜੀ ਗਾਇਨ ਰੂਪ ਚ ਕਰਦੇ ਆਪਾਂ ਕੀਰਤਨ ਆਖ ਦਿੰਦੇ ਹਾਂ।
ਉਸ ਸਾਹਿਬਾਂ ਨੇ ਕੀਰਤ ਗਾਉਣ ਲਈ ਰਸਨਾ ਨੂੰ ਪ੍ਰੇਰਣਾ ਵੀ ਕੀਤੀ ਹੈ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨੇਕ ਬਾਰ ਕਰ ਬੰਧਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਬਸਨਾ। ਕਹਿੰਦੇ ਬਾਰ-ਬਾਰ ਪੂਰੇ ਗੁਰੂ ਨੂੰ ਨਮਸਕਾਰ ਕਰੋ, ਜਿਹੜਾ ਉਸ ਮਾਲਕ ਦੀ ਸਿਫਤ ਸਲਾਹ ਦੀ ਦਾਤ ਸਾਡੀ ਝੋਲੀ ਵਿੱਚ ਪਾਉਂਦੇ ਨੇ, ਜਿਹੜੇ ਸਾਨੂੰ ਉਹਦੀ ਸਿਫਤ ਸਲਾਹ ਨਾਲ ਜੋੜਦੇ ਨੇ, ਜਿਹੜੇ ਸਾਨੂੰ ਸਿਫਤ ਸਲਾਹ ਕਰਨ ਦਾ ਢੰਗ ਵੱਲ ਦੱਸਦੇ ਨੇ, ਔਰ ਕਿਵੇਂ ਇਸ ਮਨ ਨੂੰ ਮੋੜਨਾ ਹੈ ਔਗਣਾ ਵੱਲੋਂ, ਕਿਵੇਂ ਦੁਨਿਆਵੀ ਮਾਇਆ ਦੇ ਰੰਗ ਤਮਾਸ਼ਿਆਂ ਵੱਲੋਂ ਮਨ ਨੂੰ ਮੋੜ ਕੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੋੜਨਾ ਹੈ। ਜਿਹੜੇ ਜੁਗਤ ਦੱਸਦੇ ਨੇ ਪੂਰੇ ਗੁਰੂ ਪਾਤਸ਼ਾਹ, ਕਹਿੰਦੇ ਉਹ ਸ਼ਰਵਣ ਭਲੇ ਨੇ, ਸ਼ੋਭਨੀਕ ਨੇ, ਜਿਹੜੇ ਗੁਰੂ ਦੀ ਸਿੱਖਿਆ ਮੰਨ ਕੇ ਇਹ ਮੇਰੀ ਜਿੰਦੜੀਏ ਉਸ ਮਾਲਕ ਦੀ ਕੀਰਤਨ ਗਾਉਂਦੇ ਨੇ, ਉਹਦਾ ਕੀਰਤਨ ਗਾਉਂਦੇ ਨੇ, ਭਾਵ ਉਹਦੀ ਕੀਰਤੀ ਗਾਉਂਦੇ ਨੇ, ਉਹਦੀ ਉਸਤਤ ਗਾਉਂਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ। ਔਰ ਸਿਫਤ ਸਲਾਹ ਕਰਨ ਨਾਲ ਅੰਦਰੋਂ ਮਨ ਵਿੱਚੋਂ ਔਰ ਤਨ ਦੇ ਜਿਹੜੀ ਕਰਨੀ ਹੈ, ਇਹਦੇ ਵਿੱਚੋਂ ਜਿਹੜੇ ਮੈਲੇ ਫੁਰਨੇ ਔਰ ਮੈਲੀ ਕਰਨੀ ਇਹ ਚਲੀ ਜਾਂਦੀ ਹੈ, ਕਰਨੀ ਨਿਰਮਲ ਹੋ ਜਾਂਦੀ ਹੈ, ਸੋਚਣੀ ਨਿਰਮਲ ਹੋ ਜਾਂਦੀ ਹੈ। ਉਸ ਮਨ ਨੂੰ ਹਮੇਸ਼ਾ ਮਨ ਸੁਚੇਤ ਰਹਿੰਦਾ ਹੈ, ਮਨ ਜਾਗਦਾ ਰਹਿੰਦਾ ਹੈ, ਹਮੇਸ਼ਾ ਗੁਰੂ ਦੇ ਬਚਨਾਂ ਦੀ ਅਗਵਾਈ ਉਹਦੇ ਗਿਆਨ ਇੰਦਰੀਆਂ ਦਾ ਮਾਰਗਦਰਸ਼ਨ ਕਰਦੀ ਹੈ। ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੇ ਕਾਹੂ ਕੀ ਮੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਸੋ ਉਹ ਹਮੇਸ਼ਾ ਜਿਹੜੇ ਗਿਆਨ ਇੰਦਰੇ ਨੇ, ਕੋਈ ਵੀ ਕੰਮ ਕਰਨ ਲੱਗਿਆਂ ਗੁਰੂ ਦੇ ਬਚਨਾਂ ਦੀ ਕਸਵੱਟੀ ਤੇ ਆ ਕਰਨਾ ਕਿ ਨਹੀਂ ਕਰਨਾ ਉਹਦੀ ਪਰਖ ਕਰਕੇ, ਜੋ ਗੁਰੂ ਪਾਤਸ਼ਾਹ ਦੇ ਬਚਨ ਪ੍ਰਵਾਨਗੀ ਬਖਸ਼ਿਸ਼ ਕਰਦੇ ਨੇ ਜਿਸ ਕੰਮ ਨੂੰ ਜਿਸ ਢੰਗ ਨਾਲ ਕਰਨ ਦੀ, ਉਸ ਢੰਗ ਨਾਲ ਕਰਨ ਦਾ ਭਾਵ ਨਿਰਮਲ ਕਰਨੀ ਉਹਨਾਂ ਦੀ ਹੋ ਜਾਂਦੀ ਹੈ, ਯਤਨ ਕਰਦੇ ਨੇ। ਹਾਂਜੀ ਅੱਗੇ ਕਰ ਦਿਓ ਜੀ, ਜੀ ਅੱਗੇ ਕਰ ਦਿਓ ਜੀ ਸ਼ਬਦ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗੈ ਗੁਰ ਪੈਰੇ ਰਾਮ, ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲਗੈ ਗੁਰ ਪੈਰੇ ਰਾਮ। ਇੱਥੇ ਗੁਰੂ ਦੇ ਚਰਨਾਂ ਨਾਲ ਜੁੜਨ ਦਾ, ਗੁਰੂ ਦੇ ਚਰਨਾਂ ਤੇ ਨਤਮਸਤਕ ਹੋਣ ਦਾ ਭਾਵ ਹੈ ਕਿ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ, ਗੁਰੂ ਦੇ ਬਚਨਾਂ ਨੂੰ ਧਾਰਨ ਕਰਨਾ। ਜਿਵੇਂ ਆਪਾਂ ਕਈ ਵਾਰੀ ਕੋਈ ਵੱਡਾ ਬਜ਼ੁਰਗ ਸਾਨੂੰ ਕੋਈ ਨੇਕ ਸਲਾਹ ਦਿੰਦਾ ਹੈ, ਅਸੀਂ ਸਲਾਹ ਪੁੱਛਦੇ ਵੀ ਹੈ ਕੰਮ ਬਾਰੇ, ਮੈਨੂੰ ਸਮਝ ਨਹੀਂ ਆ ਰਹੀ ਕਿਵੇਂ ਕਰੀਏ, ਇਸ ਢੰਗ ਨੂੰ ਕਿਸ ਢੰਗ ਨਾਲ ਕੀਤਾ ਜਾਵੇ, ਤਾਂ ਬਜ਼ੁਰਗ ਆਪਣੇ ਜੀਵਨ ਦੇ ਅਮੀਰ ਵਿਰਸੇ ਦੇ ਵਿੱਚੋਂ, ਅਨੁਭਵ ਦੇ ਵਿੱਚੋਂ ਬੜੀ ਨੇਕ ਸਲਾਹ ਕੋਈ ਬਖਸ਼ਿਸ਼ ਕਰਦੇ ਨੇ, ਤੇ ਆਪਾਂ ਕਹਿੰਦੇ ਬਿਲਕੁਲ ਜੀ ਤੁਹਾਡਾ ਬਚਨ ਸਿਰ ਮੱਥੇ ਤੇ, ਮੈਂ ਐਵੇਂ ਹੀ ਕਰੂੰਗਾ ਇਸ ਕੰਮ ਨੂੰ। ਸਿਰ ਮੱਥੇ ਤੇ ਉਸ ਬਚਨ ਨੂੰ ਆਪਾਂ ਕਿਸੇ ਕਾਗਜ਼ ਤੇ ਲਿਖ ਕੇ ਤਾਂ ਬੰਨ ਨਹੀਂ ਲੈਂਦੇ, ਹਨਾ ਜੀ। ਉਹ ਇੱਕ ਮੁਹਾਵਰਾ ਹੈ ਜਿਹੜਾ ਵਰਤਿਆ ਜਾਂਦਾ ਹੈ ਅਲੰਕਾਰ ਦੇ ਰੂਪ ਦੇ ਵਿੱਚ, ਕਿ ਮੈਂ ਜਿਵੇਂ ਤੁਸੀਂ ਮੈਨੂੰ ਸਲਾਹ ਦਿੱਤੀ ਹੈ, ਜਿਵੇਂ ਤੁਸੀਂ ਮੈਨੂੰ ਸਮਝਾਇਆ, ਮੈਂ ਇਸ ਕੰਮ ਨੂੰ ਉਸੇ ਢੰਗ ਨਾਲ ਕਰਾਂਗਾ। ਸੋ ਇੱਥੇ ਵੀ ਸਾਹਿਬਾਂ ਨੇ ਨਿਮਣ ਦਾ ਬਹੁਤ ਸਪਸ਼ਟ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ। ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਏ, ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੈ ਕੁਸੁਧੇ ਜਾਏ। ਗੁਰੂ ਪਾਤਸ਼ਾਹ ਅੱਗੇ ਫਿਜ਼ੀਕਲੀ ਲੰਮੇ ਪੈ ਕੇ ਭਾਵੇਂ ਡੰਡੌਤ ਕਰ ਕਰਕੇ ਪਹਿਲਾਂ ਅੰਦਰ ਦਾਖਲ ਹੋਏ, ਪੌੜੀਆਂ ਤੇ ਮੱਥਾ ਹੈ, ਫਿਰ ਗੁਰੂ ਪਾਤਸ਼ਾਹ ਦੇ ਸਰੂਪ ਦੇ ਸਨਮੁਖ ਮੱਥਾ ਟੇਕਿਆ, ਫਿਰ ਪਿੱਛੇ ਜਾ ਕੇ ਮੱਥਾ ਟੇਕਿਆ, ਫਿਰ ਜਿੱਥੇ ਸੁਖ ਆਸਨ ਉੱਥੇ ਮੱਥਾ ਟੇਕਿਆ। ਸੋ ਹੋ ਸਕਦਾ ਮੇਰੇ ਵਰਗਾ ਗੁਰੂ ਘਰ ਦੇ ਵਿੱਚ 10-20 ਵਾਰੀ ਮੱਥਾ ਟੇਕਦਾ ਹੋਏ, ਦੂਸਰਾ ਵੀਰ ਭੈਣ ਜਿਹੜਾ ਉਹ ਕੇਵਲ ਇੱਕ ਸਨਮੁਖ ਜਾ ਕੇ ਮੱਥਾ ਟੇਕਦਾ ਹੋਏ। ਦੇਖਣ ਵਾਲੇ ਨੂੰ ਐਪੈਰੈਂਟਲੀ ਇਹ ਭੁਲੇਖਾ ਪੈ ਸਕਦਾ ਵੀ ਇਸ ਵੀਰ ਭੈਣ ਦੀ ਬਹੁਤ ਸ਼ਰਧਾ ਹੈ ਜ਼ਿਆਦਾ ਉਹਦੇ ਨਾਲੋਂ, ਇਹ ਤਾਂ ਕਈ ਥਾਵਾਂ ਤੇ ਮੱਥੇ ਟੇਕਦਾ, ਦੇਖੋ ਬਿਲਕੁਲ ਨੱਕ ਰਗੜ ਕੇ। ਸੋ ਗੁਰੂ ਪਾਤਸ਼ਾਹ ਨੇ ਮੱਥਾ ਟੇਕਣ ਦਾ ਬਿਲਕੁਲ ਸਪਸ਼ਟ ਬਾਣੀ ਵਿੱਚ ਸਾਨੂੰ ਸਿਧਾਂਤ ਸਮਝਾ ਦਿੱਤਾ ਹੈ। ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੈ ਕੁਸੁਧੇ ਜਾਏ,
कि ऐसा मत्था टेकना, भावें वो डंडौत करके टेकिया ते भावें 20 वारी टेकिया, वो गुरु पातशाह ਦੀਆਂ ਨਜ਼ਰਾਂ ਵਿੱਚ ਨਿਵਿਆ ਪ੍ਰਮਾਣ नहीं है। अगर ਹਿਰਦੇ ਵਿੱਚ ਗੁਰੂ ਦੀ ਸਿੱਖਿਆ, ਗੁਰੂ ਦੇ ਬਚਨ ਟਿਕਾਏ ਨਹੀਂ ਹੋਏ ਤੇ ਗੁਰੂ ਪਾਤਸ਼ਾਹ ਨੇ ਜਿਹੜੇ ਜਿਹੜੇ ਮਾੜੇ ਕੰਮਾਂ ਤੋਂ ਵਰਜਿਆ ਹੋਇਆ, ਜੇ ਉਹਨਾਂ ਨੂੰ ਤਿਆਗ ਕੇ ਹਾਲੇ ਮਨ ਨੂੰ ਨਿਰਮਲ ਨਹੀਂ ਕੀਤਾ, ਮਨ ਵਿੱਚ ਹਲੇ ਔਗਣਾਂ ਦੀ, ਫੁਰਨਿਆਂ ਦੀ, ਮਾੜੇ ਕੰਮਾਂ ਦੀ ਜਿਹੜੀ ਆਦਤ ਹੈ ਉਹਨੂੰ ਤਿਆਗਿਆ ਨਹੀਂ, ਤੇ ਕਹਿੰਦੇ ਗੁਰੂ ਪਾਤਸ਼ਾਹ ਕਹਿੰਦੇ ਮੱਥਾ ਟੇਕਿਆ ਪ੍ਰਵਾਨ ਨਹੀਂ ਹੈ। ਔਰ ਸਾਹਿਬਾਂ ਨੇ ਬਾਣੀ ਵਿੱਚ ਸਾਨੂੰ ਸਪਸ਼ਟ ਬਚਨ ਵੀ ਕੀਤੇ ਨੇ, ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ, ਹਰ ਹਰ ਉਤਮ ਬਾਣੀ ਗਾਵਿਆ ਸੁਣਿਆ, ਤਿਨਕਾ ਹਰ ਥਾਣੇ ਪਾਏ ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰਮ ਬਾਣੀ। यहाँ ਸਾਹਿਬ ਬਚਨ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ, ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਬਿਲਕੁਲ ਸਪਸ਼ਟ ਹੈ ਗੁਰੂ ਪਾਤਸ਼ਾਹ ਦੇ ਬਚਨਾਂ 'ਚ, ਕਿਤੇ ਕੋਈ ਰੱਤੀ ਪਰ ਵੀ ਦੁਬਿਧਾ ਭਰਮ ਦੀ ਗੁੰਜਾਇਸ਼ ਨਹੀਂ ਹੈ, ਭੁਲੇਖੇ ਦੀ, ਲੇਕਿਨ ਸਾਡੇ ਮੰਨਣ ਵਿੱਚ ਜ਼ਰੂਰ ਕਮੀਆਂ ਹੈਗੀਆਂ। ਸੋ ਸਾਹਿਬਾਂ ਨੇ ਇੱਕ ਬਚਨ ਬਹੁਤ ਪਿਆਰਾ ਬਖਸ਼ਿਸ਼ ਕਰਕੇ ਸਾਨੂੰ ਮੱਥਾ ਟੇਕਣ ਦਾ ਭਾਵ ਸਮਝਾ ਦਿੱਤਾ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈਰੀ ਰਾਮ। ਜਿਹੜਾ ਗੁਰੂ ਪਾਤਸ਼ਾਹ ਅੱਗੇ ਨਿਉ ਕੇ ਇਹ ਅਰਜ਼ੋਈ ਕਰਦਾ ਹੈ ਕਿ ਪਾਤਸ਼ਾਹ ਮੇਰੀ ਊਣੀ ਝੂਣੀ ਵਿਸ਼ੇ ਵਿਕਾਰਾਂ ਦੀ ਮੈਲੀ ਕੁਚੈਲੀ ਮਤ ਨੂੰ ਹਿਰ ਲਓ, ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ। ਦੇਹੋ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਮੈ ਕਬੀਰਾ। ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਸੋ ਗੁਰੂ ਪਾਤਸ਼ਾਹ ਅੱਗੇ ਸਿਰ ਨਿਵਾਉਣ ਦਾ ਮਤਲਬ ਹੈ ਕਿ ਮੈਂ ਆਪ ਜੀ ਦੇ ਬਚਨਾਂ ਨੂੰ ਖਿੜੇ ਮੱਥੇ ਮੰਨਾਂ, ਤੁਧਨੋ ਨਿਮਣ ਮੰਨਣ ਤੇਰਾ ਨਾਮ। ਗੁਰੂ ਅੱਗੇ ਨਿਮਣ ਦਾ, ਮੱਥਾ ਟੇਕਣ ਦਾ, ਸੀਸ ਨਿਵਾਉਣ ਦਾ ਮਤਲਬ ਹੈ ਕਿ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਕੀਤਿਆਂ ਮੰਨਣਾ, ਖਿੜੇ ਮੱਥੇ ਮੰਨਣਾ, ਖੁਸ਼ੀ ਖੁਸ਼ੀ ਮੰਨਣਾ। ਸੋ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਜੀਵ ਇਸ ਤਰ੍ਹਾਂ ਗੁਰੂ ਅੱਗੇ ਆਪਣੀ ਮਤ ਅਰਪਣ ਕਰ ਦਿੰਦੇ ਨੇ, ਆਪਣੀ ਮਨਮਤ ਨੂੰ ਤਿਆਗ ਦਿੰਦੇ ਨੇ ਔਰ ਗੁਰੂ ਦੀ ਮਤ ਨੂੰ ਲੈ ਲੈਂਦੇ ਨੇ, ਧਾਰਨ ਕਰ ਲੈਂਦੇ ਨੇ, ਕਹਿੰਦੇ ਉਹਨਾਂ ਉਹ ਸੀਸ ਪਵਿੱਤਰ ਨੇ, ਉਹ ਨਿਰਮਲ ਨੇ, ਜਿਹੜੇ ਗੁਰੂ ਦੇ ਚਰਨਾਂ ਨਾਲ, ਭਾਵ ਗੁਰੂ ਦੇ ਬਚਨਾਂ ਨਾਲ, ਗੁਰੂ ਦੀ ਸਿੱਖਿਆ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਨੇ ਆਪਣੇ ਮਸਤਕ ਵਿੱਚ ਗੁਰੂ ਦੇ ਬਚਨਾਂ ਨੂੰ ਧਾਰਨ ਕਰ ਲਿਆ, ਟਿਕਾ ਲਿਆ, ਆਪਣੀ ਸੁਰਤ ਵਿੱਚ ਟਿਕਾ ਲਿਆ। ਗੁਰ ਬਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਐਸੇ ਪੂਰੇ ਗੁਰੂ ਤੋਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਨਾਨਕ ਸਦਕੇ ਜਾਂਦਾ ਹੈ ਮੇਰੀ ਜਿੰਦੜੀਏ। ਗੁਰੂ ਬਿਟੋ ਭਾਵ ਗੁਰੂ ਤੋਂ, ਪੂਰੇ ਗੁਰੂ ਤੋਂ, ਜਿਨ੍ਹਾਂ ਨੇ ਮੈਨੂੰ ਪਰਮੇਸ਼ਰ ਨਾਲ ਜੋੜਿਆ, ਉਹਦੀ ਆਰਾਧਨਾ ਬੰਦਗੀ ਕਰਨੀ ਸਿਖਾਈ, ਉਹਦੀ ਬੰਦਗੀ ਕਿਵੇਂ ਕਰਨੀ ਹੈ, ਔਗਣਾਂ ਤੋਂ ਕਿਵੇਂ ਖਲਾਸੀ ਪਾਉਣੀ ਹੈ, ਔਗਣਾਂ ਤੋਂ ਕਿਵੇਂ ਛੁਟਕਾਰਾ ਕਰਨਾ ਹੈ, ਕਿਹੜੇ ਕਿਹੜੇ ਕੰਮਾਂ ਨੂੰ ਤਿਆਗਣਾ, ਕਿਹੜੇ ਕਿਹੜੇ ਕੰਮਾਂ ਨੂੰ, ਕਿਰਿਆਵਾਂ ਨੂੰ ਗ੍ਰਹਿਣ ਕਰਨਾ, ਧਾਰਨ ਕਰਨਾ, ਇਹ ਸਾਰੀ ਸੋਝੀ ਬਖਸ਼ਿਸ਼ ਕੀਤੀ। ਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤਾ ਨਾ ਕਿ ਜਿਵੇਂ ਬੱਚਾ ਜਿਹਨੂੰ ਹਲੇ ਕੁਛ ਵੀ ਨਹੀਂ ਆਉਂਦਾ ਹੁੰਦਾ, ਨਾ ABC ਆਉਂਦੀ, ਨਾ ਊੜਾ ਐੜਾ ਆਉਂਦਾ, ਨਾ ਕਾਊਂਟਿੰਗ ਆਉਂਦੀ, ਨਾ ਹਿੰਦੀ ਆਉਂਦੀ, ਨਾ ਮੈਥ ਆਉਂਦਾ, ਉਹ ਸਕੂਲ ਜਾਂਦਾ ਹੈ ਤੇ ਉਹ ਟੀਚਰ ਉਹਨੂੰ ਵੱਖ-ਵੱਖ ਵਿਦਿਆਵਾਂ ਦੀ ਸੋਝੀ ਗਿਆਨ ਦਿੰਦੇ ਹੈ ਤੇ ਉਹ ਬੱਚਾ ਹੌਲੀ ਹੌਲੀ ਉਹਨਾਂ 'ਚ ਪ੍ਰਵੀਨ ਪ੍ਰਵੱਖ ਹੋ ਜਾਂਦਾ ਹੈ। ਉਹ ਕੈਲਕੂਲੇਸ਼ਨ ਵੀ ਕਰਨੀ ਆ ਜਾਂਦੀਆਂ, ਸ਼ਬਦ ਜੋੜ ਵੀ, ਵਾਕ ਬਣਾਉਣੇ ਵੀ ਆ ਜਾਂਦੇ, ਉਹਨੂੰ ਪੜ੍ਹਨਾ ਵੀ, ਸੁਣਨਾ ਵੀ ਆ ਜਾਂਦਾ ਹੈ, ਸਭ ਕੁਛ। ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਗੁਰੂ ਉਹ ਪਾਂਧਾ ਹੈ ਜਿਹਦੇ ਕੋਲ ਅਸੀਂ ਸਿੱਖ ਚਾਟੜੇ ਡਿਸਿਪਲਸ ਵਿਦਿਆਰਥੀ ਜਾਣੇ ਹਾਂ, ਪਰ ਗੁਰੂ ਪਾਤਸ਼ਾਹ ਸਾਨੂੰ ਬ੍ਰਹਮ ਦਾ ਗਿਆਨ ਬਖਸ਼ਿਸ਼ ਕਰਦੇ ਨੇ, ਉਹ ਸੋਝੀ ਬਖਸ਼ਿਸ਼ ਕਰਦੇ ਨੇ, ਨਿਰੰਕਾਰ ਨਾਲ ਕਿਵੇਂ ਜੁੜਨਾ ਔਰ ਰਾਹ ਵਿੱਚ ਕਿਹੜੀਆਂ ਕਿਹੜੀਆਂ ਔਕੜਾਂ ਆ ਸਕਦੀਆਂ, ਕਿੱਥੇ ਕਿੱਥੇ ਤੁਹਾਨੂੰ ਜਿਹੜੇ ਭਰਮਾਉਣ ਵਾਲੇ ਠੱਗ ਬੂਟੀ ਦੇ ਕੇ ਤੁਹਾਨੂੰ ਰਾਹ ਵਿੱਚ ਲੁੱਟਣ ਵਾਲੇ ਠੱਗ ਵੀ ਬੈਠੇ ਹੋ ਸਕਦੇ, ਉਹਨਾਂ ਤੋਂ ਕਿਵੇਂ ਬਚਣਾ, ਸਾਰੀ ਸੋਝੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਐਸੇ ਪੂਰੇ ਗੁਰੂ ਤੋਂ ਮੈਂ ਸਦਕੇ ਜਾਂਦਾ ਮੇਰੀ ਜਿੰਦੇ, ਕਿ ਜਿਹਨੇ ਮੈਨੂੰ ਹਰੀ ਦੇ ਨਾਮ ਨਾਲ ਚੇਤੇ ਕਰਨ ਦੀ ਜੁਗਤ ਦੱਸ ਦਿੱਤੀ ਔਰ ਚੇਤੇ ਕਰਨ ਦਾ ਮੈਨੂੰ ਦਇਆ ਕਰਕੇ ਆ ਗੁਣ ਬਰਦਾਤ ਬਖਸ਼ਿਸ਼ ਕਰ ਦਿੱਤੀ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਸੋ ਪੂਰੇ ਗੁਰੂ ਨੇ ਰਹਿਮਤ ਕਰਕੇ ਮੈਨੂੰ ਉਸ ਮਾਲਕ ਨਾਲ, ਜਿਸ ਤੋਂ ਮੈਂ ਟੁੱਟਾ ਹੋਇਆ ਸੀ, ਵਿਛੜਿਆ ਹੋਇਆ ਸੀ, ਮਾਇਆ ਕਰਕੇ ਮੈਨੂੰ ਫਿਰ ਉਹਦੇ ਨਾਲ ਸੰਬੰਧ ਕਾਇਮ ਕਰ ਦਿੱਤਾ, ਮੇਰੀ ਉਹਦੇ ਨਾਲ ਪ੍ਰੀਤ ਕਾਇਮ ਕਰ ਦਿੱਤੀ ਔਰ ਮੈਨੂੰ ਉਹਦੀ ਸਿਫਤ ਸਲਾਹ ਦੀ ਦਾਤ ਜਿਹੜੀ ਹੈ, ਤੂੰ ਚਿਤ ਆਵੇਂ ਤੇਰੀ ਮਾਇਆ, ਇਹ ਦਾਤ ਪੂਰੇ ਗੁਰੂ ਕੋਲੋਂ ਮਿਲਣੀ ਹੈ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ। ਸੋ ਪੂਰੇ ਗੁਰੂ ਦੀ ਬਖਸ਼ਿਸ਼ ਰਾਹੀਂ, ਪੂਰੇ ਗੁਰੂ ਦੇ ਪ੍ਰਸਾਦ ਕਿਰਪਾ ਰਾਹੀਂ
ਜੋ ਸਾਨੂੰ ਸਭ ਤੋਂ ਅਮੋਲਕ ਜਗਤ ਦੀ ਦਾਤ ਹੈ, ਉਸ ਪਰਮਾਤਮਾ ਦੀ ਸਿਫਤ ਸਲਾਹ ਉਹ ਪ੍ਰਾਪਤ ਹੁੰਦੀ। ਕਹਿੰਦੇ ਐਸੇ ਗੁਰੂ ਤੋਂ ਮੈਂ ਸਦਕੇ ਜਾਣਾ, ਕੁਰਬਾਨ ਜਾਣਾ, ਬਲਿਹਾਰ ਜਾਣਾ। ਸੋ ਸਮਾਂ ਜਿਹੜਾ ਅੱਜ ਦਾ ਲਗਭਗ ਹੋ ਗਿਆ, ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ, ਗਲਤੀਆਂ, ਤਰੁੱਟੀਆਂ ਅਵਗਿਆ ਹੋਈਆਂ ਹੋਣਗੀਆਂ, ਅਣਜਾਣ ਮੂਰਖ ਜਾਣ ਕੇ ਬਖਸ਼ ਲੈਣੀਆਂ। ਇਸ ਕੀੜੇ ਕਰਮ ਤੇ ਦਇਆ ਕਰਕੇ ਅਸੀਸ ਬਖਸ਼ਿਸ਼ ਕਰਨੀ। ਜਿਨ੍ਹਾਂ ਪਾਵਨ ਬਚਨਾਂ ਦੀ ਗੁਰਦੇਵ ਪਿਤਾ ਨੇ, ਨਿਰੰਕਾਰ ਪਿਤਾ ਨੇ, ਆਪ ਸੰਗਤਾਂ ਨੇ ਅਸੀਸ ਬਖਸ਼ਿਸ਼ ਕਰਕੇ ਸਾਂਝ ਕਰਾਈਏ, ਉਸ ਤੇ ਦਾਸ ਦਾ ਅਮਲ ਹੋਵੇ, ਕਥਨੀ ਤੇ ਕਰਨੀ ਦਾ ਅੰਤਰ ਨਾ ਹੋਵੇ। ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਕੇ ਪੰਥ ਦੀ ਸੇਵਾ ਕਰਨ ਦਾ ਗੁਰੂ ਪਾਤਸ਼ਾਹ ਸੁਭਾਗ ਬਖਸ਼ਿਸ਼ ਕਰਦੇ ਰਹਿਣ। ਫਿਰ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।